ਸਭ ਤੋਂ ਪਹਿਲਾਂ ਮੈਂ ਬਹੁਜਨ ਸਮਾਜ ਦੇ ਸਾਰੇ ਭੈਣਾਂ ਭਰਾਵਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੇਰਾ ਲਾਈਵ ਹੋਣ ਦਾ ਜਿਹੜਾ ਮਕਸਦ ਹੈ, ਕਿਉਂਕਿ ਕੁਛ ਦਿਨਾਂ ਤੋਂ ਕੁਛ ਜਿਹੜੀਆਂ ਵਿਵਾਦਿਤ ਗੱਲਾਂ ਜਾਂ ਆਪਾ ਵਿਰੋਧੀ ਜਿਹੜੀਆਂ ਗੱਲਾਂ ਆ, ਇਸ ਤਰ੍ਹਾਂ ਮੇਨ ਜਿਹੜੀ ਅੱਜ ਜਿਹੜੀ ਵਿਵਾਦ ਜਿਹੜਾ ਦੇਖ ਰਹੇ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਦੇ ਉੱਤੇ ਜੇ ਪਗੜੀ ਹੈ ਨਹੀਂ ਹੈ ਤਾਂ ਕਿਉਂ, ਜੇ ਪਗੜੀ ਹੋਣੀ ਚਾਹੀਦੀ ਆ ਤਾਂ ਕਿਉਂ। ਕੋਈ ਕਹਿ ਰਿਹਾ ਵੀ ਮੈਂ 10 ਲੱਖ ਰੁਪਈਆ ਜਿਹੜਾ ਉਹ ਦਿਆਂਗਾ ਜੇ ਕੋਈ ਸਾਬਤ ਕਰਦਾ ਹੈ ਵੀ ਗੁਰੂ ਰਵਿਦਾਸ ਮਹਾਰਾਜ ਦੇ ਸਿਰ ਦੇ ਉੱਤੇ ਪਗੜੀ ਨਹੀਂ ਸੀ। ਤੇ ਦੂਸਰਾ ਉੱਠਦਾ ਉਹ ਕਹਿੰਦਾ ਮੈਂ 1 ਕਰੋੜ ਰੁਪਇਆ ਦੇਵਾਂਗਾ ਜਿਹੜਾ ਸਾਬਤ ਕਰ ਦੇਵੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਆ ਉਹਨਾਂ ਦੇ ਸਿਰ ਦੇ ਉੱਤੇ ਪਗੜੀ ਜਿਹੜੀ ਆ ਉਹ ਪਗੜੀ ਨਹੀਂ ਸੀ। 10 ਲੱਖ ਵਾਲਾ ਕਹਿੰਦਾ ਵੀ ਸਾਬਤ ਕਰ ਦਿਓ ਵੀ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਸੀ ਪਗੜੀ ਜਿਹੜੀ ਸੀ ਉਹ ਉਹਨਾਂ ਦੇ ਸਿਰ ਦੇ ਉੱਤੇ ਸੀ। ਸੋ ਇਸ ਕਰਕੇ ਅੱਜ ਕੁਛ ਮਤਲਬ ਜਿਹੜੇ ਕੱਚ ਘਰੜ ਮੈਂ ਕਹਿ ਸਕਦਾ ਕੱਚ ਘਰੜ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਨਾ ਤਾਂ ਕੋਈ ਇਤਿਹਾਸ ਦੇ ਬਾਰੇ ਜਿਹੜੀ ਕੋਈ ਜਨੀਕ ਜਾਣਕਾਰੀ ਆ, ਨਾ ਹੀ ਉਹਨਾਂ ਨੂੰ ਕੋਈ ਕਿਸੇ ਜਿਹੜਾ ਇਤਿਹਾਸ ਨਾ ਉਹਦੀ ਕੰਪੈਰੀਟਿਵ ਉਹਨਾਂ ਦੇ ਕੋਲ ਕੋਈ ਸਟੱਡੀ ਆ, ਚਿੰਤਨ ਕੋਈ ਨਹੀਂ ਉਹਨਾਂ ਦੇ ਕੋਲ। ਮਤਲਬ ਆਪਣੀਆਂ ਜਿਹੜੀਆਂ ਆਪਣੇ ਰੌਂ ਦੇ ਵਿੱਚ ਹੀ ਉਹ ਜਿੱਦਾਂ ਪਾਗਲ ਗੱਲਾਂ ਮਾਰਦੇ ਆ। ਮਤਲਬ ਇਸ ਤਰ੍ਹਾਂ ਦਾ ਜਿਹੜਾ ਸਮਾਜ ਦੇ ਅੰਦਰ ਜਿਹੜਾ ਵਿਵਾਦ ਹੈ ਜਿਹੜਾ ਉਹ ਖੜਾ ਕਰ ਰਹੇ ਆ, ਕਿਉਂਕਿ ਸਾਡੇ ਮੁਲਕ ਦੇ ਅੰਦਰ ਜਿਹੜਾ ਬ੍ਰਾਹਮਣਵਾਦ ਆਪਾਂ ਜਿਹਨੂੰ ਕਹਿੰਦੇ ਆ, ਜਿਹਨੂੰ ਮਨੂਵਾਦ ਕਹਿੰਦੇ ਆ, ਬਾਅਦ ਵਿੱਚ ਇਹ ਉਹਦਾ ਗਾਂਧੀਵਾਦ ਉਹਦਾ ਰੂਪ ਨਵਾਂ ਰੂਪ ਬਣਿਆ, ਜਿਹੜਾ ਮਾਡਰਨ ਆਧੁਨਿਕ ਰੂਪ ਜਿਹੜਾ ਮਨੂਵਾਦ ਦਾ ਬ੍ਰਾਹਮਣਵਾਦ ਦਾ ਉਹ ਗਾਂਧੀਵਾਦ ਹੈ। ਸੋ ਇਸ ਕਰਕੇ ਇਹ ਜਿਹੜਾ ਬ੍ਰਾਹਮਣਵਾਦ ਹੈ ਇਹ ਡਿਵਾਈਨ ਥਿਊਰੀ ਦੇ ਆਧਾਰ ਦੇ ਉੱਤੇ ਆ। ਜਿਹੜੀ ਡਿਵਾਈਨ ਥਿਊਰੀ ਆ ਜਿਹਨੂੰ ਕਹਿੰਦੇ ਆ, ਡਿਵਾਈਨ ਥਿਊਰੀ ਕਹਿੰਦੇ ਆ ਜਿਹਨੂੰ ਰੱਬਵਾਦ ਕਿਹਾ ਜਾਂਦਾ ਹੈ। ਔਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਥਿਊਰੀ ਜਿਹੜੀ ਆ ਉਹ ਡਿਵਾਈਨ ਥਿਊਰੀ ਆ, ਰੱਬਵਾਦ ਹੈ। ਔਰ ਜੇ ਸਾਨੂੰ ਇਸ ਦੇਸ਼ ਦੇ ਅੰਦਰ ਮਾਰਿਆ ਗਿਆ, ਇਸ ਦੇਸ਼ ਦੇ 90% ਲੋਕਾਂ ਨੂੰ ਇਸ ਦੇਸ਼ ਅੰਦਰ ਜੇ ਗੁਲਾਮ ਬਣਾਇਆ ਗਿਆ, ਉਹ ਡਿਵਾਈਨ ਥਿਊਰੀ ਦੇ ਮਾਧਿਅਮ ਤੋਂ ਰੱਬਵਾਦ ਦੇ ਮਾਧਿਅਮ ਤੋਂ ਉਹਨਾਂ ਨੂੰ ਗੁਲਾਮ ਬਣਾਇਆ ਗਿਆ। 5000 ਸਾਲ ਦੀ ਜਿਹੜੀ ਇਹ ਗੁਲਾਮੀ ਆ, ਇਹ ਕਿਸੇ ਡੰਡੇ ਸੋਟੇ ਦੀ ਗੁਲਾਮੀ ਨਹੀਂ, ਇਹ ਕਿਸੇ ਸੰਗਲਾਂ ਦੀ ਗੁਲਾਮੀ ਨਹੀਂ, ਇਹ ਕਿਤੇ ਸਿਰਾਂ ਦੇ ਉੱਪਰ ਬੰਦੂਕਾਂ ਨਹੀਂ ਤਾਣੀਆਂ ਹੋਈਆਂ 90% ਲੋਕਾਂ ਦੇ। ਲੇਕਿਨ ਇੱਕ ਜਿਹੜਾ ਡਿਵਾਈਨ ਥਿਊਰੀ ਜਿਹਨੂੰ ਕਹਿੰਦੇ ਆ, ਜਿਹੜਾ ਚਾਤਰ ਵਰਨ ਦੇ ਵਿੱਚ ਮਤਲਬ ਬ੍ਰਾਹਮਣਵਾਦ ਜਿਹੜਾ ਆ, ਜਿਨ੍ਹਾਂ ਨੇ ਚਾਤਰ ਵਰਨ ਲਿਖਿਆ ਬ੍ਰਾਹਮਣਾਂ ਨੇ, ਉਹਦੇ ਵਿੱਚ ਉਹਨਾਂ ਨੇ ਮਤਲਬ ਜਿਹੜੇ ਆ ਸਾਡੀ ਜਿਹੜੀ ਇਹ ਮੰਦਹਾਲੀ ਆ ਜਾਂ ਸਾਡੇ ਉੱਤੇ ਜਿਹੜਾ ਇਹ ਵਰਨ ਵਿਵਸਥਾ ਜਿਹੜੀ ਲਾਗੂ ਹੋਈ ਆ ਵੀ ਤੁਸੀਂ ਕੱਪੜਾ ਨਹੀਂ ਪਾ ਸਕਦੇ, ਤੁਸੀਂ ਅਨਾਜ ਨਹੀਂ ਖਾ ਸਕਦੇ, ਤੁਸੀਂ ਆਜ਼ਾਦੀ ਨਾਲ ਮਤਲਬ ਖੂਹਾਂ ਤੇ ਮੰਦਰਾਂ ਦੇ ਉੱਤੇ, ਨਦੀਆਂ ਨਾਲਿਆਂ ਦੇ ਉੱਤੇ, ਛੱਪੜਾਂ ਦੇ ਕੰਢਿਆਂ ਤੇ ਨਹੀਂ ਜਾ ਸਕਦੇ, ਤੁਸੀਂ ਬਾਜ਼ਾਰਾਂ ਦੇ ਵਿੱਚੋਂ ਨਹੀਂ ਵਿਚਰ ਸਕਦੇ, ਤੁਸੀਂ ਮੰਦਰਾਂ 'ਚ ਨਹੀਂ ਜਾ ਸਕਦੇ, ਤੁਸੀਂ ਪੜ੍ਹ ਨਹੀਂ ਸਕਦੇ, ਤੁਸੀਂ ਕੱਪੜਾ ਨਹੀਂ ਪਾ ਸਕਦੇ, ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਹੋ ਸਕਦੇ, ਤੁਸੀਂ ਕੋਈ ਇਸ ਤਰ੍ਹਾਂ ਦੀ ਜਾਇਦਾਦ ਨਹੀਂ ਰੱਖ ਸਕਦੇ। ਮਤਲਬ ਤੁਸੀਂ ਰੱਖੋਗੇ ਗਧੇ, ਘੋੜੇ, ਕੁੱਤੇ, ਮਤਲਬ ਇਸ ਤਰ੍ਹਾਂ ਦਾ ਗਧੇ, ਕੁੱਤੇ ਜਿਹੜੇ ਆ, ਸੂਰ ਜਿਹੜੇ ਆ, ਇਸ ਤਰ੍ਹਾਂ ਦੇ ਤੁਸੀਂ ਰੱਖ ਸਕਦੇ ਆ, ਪਾਲ ਸਕਦੇ ਆ। ਇਹ ਮਤਲਬ ਜਿਹੜਾ ਆ ਚਾਤਰ ਵਰਨ ਬ੍ਰਾਹਮਣਵਾਦ ਨੇ ਜਿਹੜਾ ਸਾਡੇ ਉੱਤੇ ਥੋਪਿਆ ਗਿਆ ਰੱਬਵਾਦ ਜਿਹੜੀ ਡਿਵਾਈਨ ਥਿਊਰੀ ਆ। ਔਰ ਜਿਹਦੇ ਵਿੱਚ ਸਾਡੇ ਲੋਕਾਂ ਦੇ 90% ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹ ਪੈਨੀਟ੍ਰੇਟ ਕਰ ਦਿੱਤਾ ਗਿਆ, ਡਰ ਬਿਠਾ ਦਿੱਤਾ ਗਿਆ ਭਈ ਜੇ ਤੁਹਾਨੂੰ ਰੋਟੀ ਨਹੀਂ ਮਿਲਦੀ, ਕੱਪੜਾ ਨਹੀਂ ਮਿਲਦਾ, ਤੁਸੀਂ ਲਾਚਾਰ ਹੈ, ਬੇਵੱਸ ਹੈ, ਤੁਸੀਂ ਗੁਲਾਮ ਹੈ ਤੇ ਤੁਹਾਡੀਆਂ ਇੱਜ਼ਤਾਂ ਲੁੱਟ ਹੁੰਦੀਆਂ ਆ, ਇਹ ਤੁਹਾਡੇ ਪਿਛਲੇ ਖੋਟੇ ਮਾੜੇ ਕਰਮਾਂ ਦਾ ਫਲ ਹੈ। ਇਹ ਤੁਹਾਡੀ ਕਿਸਮਤ ਦੇ ਵਿੱਚ ਜਿਹੜਾ ਆ ਉਹ ਲਿਖਿਆ ਹੋਇਆ, ਤੁਹਾਡੇ ਪਿਛਲੇ ਜਿਹੜੇ ਆ ਉਹ ਮਤਲਬ ਜਨਮਾਂ ਦਾ ਜਿਹੜਾ ਤੁਸੀਂ ਫਲ ਭੋਗਦੇ ਆ, ਜਿਹੜੇ ਕਰਕੇ ਮਤਲਬ ਤੁਹਾਡੇ ਨਾਲ ਜਿਹੜਾ ਇਹ ਇਨਸਾਨੀ ਵਿਤਕਰਾ ਹੋ ਰਿਹਾ, ਤੁਸੀਂ ਜਾਤ ਪਾਤ ਦੇ ਤੌਰ ਦੇ ਉੱਤੇ ਤੁਹਾਨੂੰ ਨੀਵੇਂ ਤੁਹਾਨੂੰ ਰੱਖਿਆ ਗਿਆ, ਇਹ ਤੁਹਾਡੇ ਪਿਛਲੇ ਕਰਮਾਂ ਦਾ ਫਲ ਹੈ, ਪਿਛਲੇ ਜਨਮਾਂ ਦਾ ਕਰਮਾਂ ਦਾ ਫਲ ਹੈ। ਔਰ ਇਹੀ ਕਾਰਨ ਹੈ ਕਿ ਇਸੇ ਰੱਬਵਾਦ ਦੀ ਥਿਊਰੀ ਕਰਕੇ, ਇਸੇ ਡਿਵਾਈਨ ਥਿਊਰੀ ਦੇ ਹੋਣ ਕਰਕੇ
ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਐਸਾ ਡਰ ਬਿਠਾ ਦਿੱਤਾ ਗਿਆ, ਔਰ 5000 ਸਾਲ ਤੋਂ ਲੋਕ ਖੁੱਲੇ ਨੀਲੇ ਅੰਬਰ ਦੇ ਥੱਲੇ ਜੰਮਦੇ ਰਹੇ ਤੇ ਖੁੱਲੇ ਨੀਲੇ ਅੰਬਰ ਦੇ ਥੱਲੇ ਮਰ ਮਰ ਕੇ ਇਸ ਦੁਨੀਆ ਵਿੱਚੋਂ ਲੋਕ ਜਿਹੜੇ ਆ ਇਹਦੇ ਵਿੱਚ ਜਾਂਦੇ ਰਹੇ। ਤੇ ਉਹ ਤੋਂ ਬਾਅਦ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਪ੍ਰਕਰਨ ਹੈ, ਜਾਂ ਉਹਨਾਂ ਦਾ ਜਿਹੜਾ ਯੁੱਗ ਆ ਗੁਰੂ ਰਵਿਦਾਸ ਮਹਾਰਾਜ ਜੀ ਦਾ, ਜਾਂ ਸਤਿਗੁਰੂ ਨਾਮਦੇਵ ਜੀ ਦਾ, ਸਤਿਗੁਰੂ ਕਬੀਰ ਸਾਹਿਬ ਦਾ ਜਿਹੜਾ ਇਹਨਾਂ ਦਾ ਯੁੱਗ ਹੈ, ਜਦੋਂ ਇਹਨਾਂ ਦੀ ਮਤਲਬ ਇਸ ਧਰਤੀ ਦੇ ਉੱਤੇ ਇਹਨਾਂ ਦੀ ਆਮਦ ਹੋਈ ਆ, ਇਹ ਸੂਰਜ ਜਿਹੜਾ ਆ ਇਹ ਉਦੈ ਹੋਇਆ ਭਾਰਤ ਦੀ ਧਰਤੀ ਦੇ ਉੱਤੇ, ਜਿੱਥੇ ਸਿਰਫ ਜੰਗਲ ਹਨੇਰੋ ਹੀ ਹਨੇਰ ਸੀ, ਔਰ ਉਸ ਹਨੇਰੇ ਜੰਗਲ ਦੇ ਵਿੱਚ ਜਿਹੜੀ ਇਹ ਆਸ ਦੀ ਕਿਰਨ ਜਿਹੜੀ ਸੀ, ਕਿਉਂਕਿ ਇਸ ਦੇਸ਼ ਅੰਦਰ ਜਦੋਂ 2300 ਸਾਲ ਪਹਿਲਾਂ ਜਦੋਂ ਇਹ ਪ੍ਰਬੁੱਧ ਭਾਰਤ ਸੀ, ਜਦੋਂ ਅਸ਼ੋਕ ਸਮਰਾਟ ਜਿਹੜਾ ਮੌਰੀਆ ਵੰਸ਼ ਦੇ ਜਿਹੜੇ 10 ਰਾਜੇ ਹੋਏ ਆ, ਅਸ਼ੋਕ ਸਮਰਾਟ ਤੋਂ ਬਾਅਦ ਜਦੋਂ ਬਹਿਦਰਥ ਗੱਦੀ ਦੇ ਉੱਤੇ ਬੈਠਦਾ ਉਹਨਾਂ ਦਾ ਪੋਤਰਾ ਜਿਹੜਾ ਸੀਗਾ, ਤਾਂ ਉਹਨੂੰ ਪੁਸ਼ਪਾ ਮਿੱਤਰ ਸੁੰਗ ਨੇ ਉਹਨੂੰ ਧੋਖੇ ਨਾਲ ਕਤਲ ਕਰਕੇ ਔਰ ਰਾਜ ਨੂੰ ਭਾਗ ਨੂੰ ਹਥਿਆ ਕੇ, ਔਰ ਇਸ ਦੇਸ਼ ਦੇ ਵਿੱਚ ਇਸ ਪ੍ਰਬੁੱਧ ਭਾਰਤ ਨੂੰ ਮਤਲਬ ਜਿਹੜਾ ਆ ਬੁੱਧ ਧਰਮ ਨੂੰ ਖਤਮ ਕਰਨ ਦੇ ਲਈ ਇਸ ਦੇਸ਼ ਦੇ ਅੰਦਰ ਜਿਹੜਾ ਬੋਧੀਆਂ ਦਾ ਕਤਲੇਆਮ ਜਿਹੜਾ ਇਸ ਦੇਸ਼ ਦੇ ਵਿੱਚ ਕੀਤਾ ਗਿਆ, ਸਰਕਾਰੀ ਆਦੇਸ਼ਾਂ ਦੇ ਹੁਕਮਾਂ ਦੇ ਤਹਿਤ ਵੱਡਾ ਘੱਲੂਘਾਰਾ, ਵੱਡਾ ਕਤਲੇਆਮ ਇਸ ਦੇਸ਼ ਦੇ ਵਿੱਚ ਕੀਤਾ ਗਿਆ। 5-5 ਲੱਖ ਬੋਧੀ ਇੱਕ ਜਗ੍ਹਾ ਦੇ ਉੱਤੇ ਕਤਲ ਕਰਕੇ ਇੱਕ ਕਬਰ ਦੇ ਵਿੱਚ ਸੁੱਟ ਕੇ ਜਿਹੜਾ ਹੈ ਉਹਨਾਂ ਪਰ ਮਿੱਟੀ ਪਾਈ ਗਈ, ਔਰ ਲੱਖਾਂ ਲੋਕ ਜਿਹੜੇ ਬੋਧੀ ਆ ਉਹ ਭਾਰਤ ਛੱਡ ਕੇ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ, ਔਰ ਜਿਹੜੇ ਬਾਕੀ ਦੇ ਸੀਗੇ ਉਹਨਾਂ ਲੋਕਾਂ ਨੇ ਜਿਹੜੀ ਸੀ ਉਹ ਗੁਲਾਮੀ ਕਬੂਲ ਲਈ ਹੱਥ ਜੋੜ ਦਿੱਤੇ ਵੀ ਅਸੀਂ ਤੁਹਾਡੇ ਅਨੁਸਾਰ ਜਿਹੜਾ ਜੀਵਾਂਗੇ, ਤੁਹਾਡੇ ਅਨੁਸਾਰ ਰਵਾਂਗੇ। ਤੇ ਜਿਨ੍ਹਾਂ ਲੋਕਾਂ ਨੇ ਉਹ ਗੁਲਾਮੀ ਨੂੰ ਸਵੀਕਾਰ ਕਰ ਲਿਆ, ਉਹਨਾਂ ਲੋਕਾਂ ਨੂੰ ਮਤਲਬ ਪਿੰਡਾਂ ਤੋਂ ਨਗਰਾਂ ਤੋਂ ਬਾਹਰ ਮਤਲਬ ਜਿਹੜਾ ਆ ਚਮਾਲੜੀਆਂ, ਝੜਕੀਆਂ, ਠੱਠੀਆਂ, ਠੇਰੀਆਂ, ਢੱਕੀਆਂ ਦੇ ਵਿੱਚ ਉਹਨਾਂ ਨੂੰ ਮਤਲਬ ਜਿਹੜਾ ਆ ਗੰਦੇ ਛੱਪੜਾਂ ਦੇ ਕਿਨਾਰੇ ਦੇ ਉੱਤੇ ਲਹਿੰਦੇ ਪਾਸੇ, ਜਿਸ ਤਰ੍ਹਾਂ ਪੂਰੇ ਦੇਸ਼ ਦਾ 6 ਲੱਖ ਪਿੰਡ ਵਾ, ਪੂਰੇ ਦੇਸ਼ ਦੇ ਵਿੱਚ 6.5 ਲੱਖ ਦੇ ਕਰੀਬ ਨਗਰਾਂ ਨੂੰ ਦੂਜਿਆਂ ਨੂੰ ਛੱਡ ਕੇ, ਸ਼ਹਿਰਾਂ ਨੂੰ ਛੱਡ ਕੇ 6.5 ਲੱਖ ਇਸ ਦੇਸ਼ ਵਿੱਚ ਪਿੰਡ ਵਾ, ਤੇ ਸਾਰਿਆਂ ਦੀਆਂ ਸਾਰੇ ਪਿੰਡਾਂ ਵਿੱਚ ਚਮਾੜੀਆਂ, ਝੜਕੀਆਂ, ਜਿਹੜੀਆਂ ਠੱਠੀਆਂ, ਠੇਰੀਆਂ, ਬਾਜੀਗਰਾਂ ਦੇ ਘਰ ਵਾ, ਫਲਾਨਿਆਂ ਦੇ ਘਰ, ਸਭ ਜਿਹੜੇ ਆ ਉਹ ਲਹਿੰਦੇ ਪਾਸੇ ਆ। ਇਹ ਬੜੀ ਪਲੈਨਿੰਗ ਦੇ ਨਾਲ ਇਸ ਦੇਸ਼ ਦੇ ਅੰਦਰ ਮਤਲਬ ਜਿਹੜਾ ਆ ਇਹ ਮਤਲਬ ਜਦੋਂ ਮਨੂ ਸਿਮਰਤੀ ਇਸ ਦੇਸ਼ ਦੇ ਵਿੱਚ ਲਾਗੂ ਕੀਤੀ ਗਈ ਆ 2300 ਸਾਲ ਪਹਿਲਾਂ, ਉਸ ਵਕਤ ਜਿਹੜਾ ਆ ਇਹ ਜਾਤੀ ਪ੍ਰਬੰਧ ਦੇ ਤਹਿਤ ਜਿਹੜਾ ਇਹ ਰੋਡ ਮੈਪ ਬਣਾਇਆ ਬ੍ਰਾਹਮਣਾਂ ਨੇ, ਉਹਦੇ ਤਹਿਤ ਜਿਹੜਾ ਆ ਮਤਲਬ ਜਿਹੜੇ ਲੋਕ ਸੀਗੇ, ਸ਼ਡਿਊਲ ਕਾਸਟ ਲੋਕ ਸੀਗੇ, ਸ਼ਡਿਊਲ ਟ੍ਰਾਈਬਸ ਦੇ ਲੋਕ ਸੀਗੇ, ਉਹਨਾਂ ਲੋਕਾਂ ਨੂੰ, ਜਿਹੜੇ ਬੈਕਵਰਡ ਕਲਾਸ ਦੇ ਲੋਕ ਸੀਗੇ, ਉਹਨਾਂ ਨੂੰ, ਜਿਨ੍ਹਾਂ ਨੇ ਉਹਨਾਂ ਦੇ ਘਰਾਂ ਵਿੱਚ ਪਾਣੀ ਭਰਨ ਕੇ ਰੱਖਣਾ ਸੀ, ਜਿਨ੍ਹਾਂ ਨੇ ਉਹਨਾਂ ਦੇ ਕੱਪੜੇ ਧੋਣੇ ਸੀ, ਜਿਨ੍ਹਾਂ ਲੋਕਾਂ ਨੇ ਸੋਨੇ ਦੇ ਗਹਿਣੇ ਬਣਾਉਣੇ ਸੀ, ਜਿਨ੍ਹਾਂ ਲੋਕਾਂ ਨੇ ਜਿਹੜਾ ਸੀ ਲੱਕੜ ਦਾ ਕੰਮ ਕਰਨਾ ਸੀਗਾ, ਔਰ ਉਹਨਾਂ ਲੋਕਾਂ ਨੂੰ ਮਤਲਬ ਜਿਹੜਾ ਆ ਆਪਣੇ ਨਜ਼ਦੀਕ ਕਰ ਲਿਆ, ਮਤਲਬ ਉਹਨਾਂ ਨੂੰ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਵੀ, ਪਿੰਡਾਂ ਦੇ ਵਿੱਚ ਵੀ ਮਤਲਬ ਜਿਹੜਾ ਸੀ ਉਹਨਾਂ ਨੂੰ ਮਤਲਬ ਜਿਹੜਾ ਆ ਉਹ ਲਾਗੇ ਰੱਖਿਆ ਗਿਆ। ਸੋ ਇਸ ਕਰਕੇ ਇਸ ਦੇਸ਼ ਦਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਸ ਦੇਸ਼ ਦਾ ਸਿਸਟਮ ਹੈ, ਸਭ ਤੋਂ ਪਹਿਲਾਂ ਤਾਂ ਇਹੀ ਸਭ ਤੋਂ ਪਹਿਲਾਂ ਸਭ ਤੋਂ ਔਖਾ ਕੰਮ ਇਹ ਆ ਕਿ ਇਸ ਸਿਸਟਮ ਨੂੰ ਸਮਝਣਾ ਬੜਾ ਔਖਾ ਆ। ਤੇ ਜਿਹੜੇ ਲੋਕ ਇਸ ਸਿਸਟਮ ਨੂੰ ਸਮਝ ਲੈਂਦੇ ਆ, ਜਾਂ ਉਹ ਪਾਗਲ ਹੋ ਜਾਂਦੇ ਆ, ਜਾਂ ਉਹ ਜੰਗਲਾਂ ਨੂੰ ਚਲੇ ਜਾਂਦੇ ਆ, ਤੇ ਜਾਂ ਫਿਰ ਉਹ ਡਟ ਕੇ ਖੜ ਜਾਂਦੇ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਤਰ੍ਹਾਂ, ਗੁਰੂ ਰਵਿਦਾਸ ਦੀ ਤਰ੍ਹਾਂ, ਮਹਾਤਮਾ ਫੂਲੇ ਦੀ ਤਰ੍ਹਾਂ, ਔਰ ਸਤਿਗੁਰੂ ਕਬੀਰ ਦੀ ਤਰ੍ਹਾਂ, ਸਤਿਗੁਰੂ ਨਾਮਦੇਵ ਦੀ ਤਰ੍ਹਾਂ, ਔਰ ਸੰਤ ਨੰਦਨਾਰ, ਚੋਖਾ ਮੇਲਾ ਸੰਤ ਤੁਕਾਰਾਮ ਉਹਨਾਂ ਦੀ ਤਰ੍ਹਾਂ, ਮਹਾਤਮਾ ਫੂਲੇ ਉਹਨਾਂ ਦੀ ਤਰ੍ਹਾਂ। ਫਿਰ ਉਹ ਮਤਲਬ ਜਿਹੜੇ ਆ ਮਤਲਬ ਚਟਾਨ ਦੀ ਤਰ੍ਹਾਂ ਜਿਹੜੇ ਖੜ ਜਾਂਦੇ ਆ, ਜਿਹੜੇ ਇਸ ਦੇਸ਼ ਦੇ ਸਿਸਟਮ ਨੂੰ ਸਮਝ ਲੈਂਦੇ ਆ। ਤੇ ਜੇ ਕਿਸੇ ਬੰਦੇ ਨੇ ਵੀ ਮਤਲਬ ਜਿਹੜਾ ਆ ਮਤਲਬ ਇਹ ਕਿਸੇ ਦੇ ਉੱਪਰ ਬੰਦਿਸ਼ ਨਹੀਂ ਹੈ ਭਈ ਕਿਸੇ ਨਗਰ ਚੋਂ ਜਾਂ ਕਿਸੇ ਪਿੰਡ, ਕਿਸੇ ਗ੍ਰਾਮ ਦੇ ਵਿੱਚੋਂ ਜਾਂ ਕਿਸੇ ਬਰਾਦਰੀ ਦੇ ਵਿੱਚੋਂ ਕੋਈ ਆਦਮੀ ਜਿਹੜਾ ਆ ਉਹ ਮਤਲਬ ਗਿਆਨਵਾਨ ਨਹੀਂ ਹੋ ਸਕਦਾ, ਜਾਂ ਕੋਈ ਉਹ ਆਗੂ ਨਹੀਂ ਹੋ ਸਕਦਾ। ਆਗੂ ਤੁਸੀਂ ਸਾਰੇ ਹੋ ਸਕਦੇ ਆ, ਤੁਸੀਂ ਸਾਰੇ ਮਤਲਬ ਇਹ ਆ ਤੁਸੀਂ ਜਾਣਕਾਰ ਹੋ ਸਕਦੇ ਆ, ਪਰ ਸਭ ਤੋਂ ਪਹਿਲਾਂ ਤੁਹਾਨੂੰ ਤਰੱਦਦ ਕਰਨਾ ਪਏਗਾ, ਤੁਹਾਨੂੰ ਕੁਛ ਜਿਹੜਾ ਆ ਇਹਦੇ ਬਾਰੇ ਪੜ੍ਹਨਾ ਪਏਗਾ, ਤੁਹਾਨੂੰ ਕੁਛ ਜਾਣਕਾਰੀ ਜਿਹੜੀ ਆ ਹਾਸਲ ਕਰਨੀ ਪਏਗੀ। ਤੇ ਐਵੇਂ ਕੱਦੂ ਦੇ ਵਿੱਚ ਤੀਰ ਮਾਰੀ ਜਾ ਰਹੇ ਆ ਮਤਲਬ ਕਿਸੇ ਗੱਲ ਨੂੰ ਵਿਚਾਰਨ ਤੋਂ ਬਿਨਾਂ। ਔਰ ਜਿਹੜੀ ਗੱਲ ਮਤਲਬ ਇਸ ਦੇਸ਼ ਅੰਦਰ ਜੋ ਬ੍ਰਾਹਮਣਵਾਦ ਨੇ ਮਤਲਬ ਇਸ ਦੇਸ਼ ਦੇ ਅੰਦਰ ਕੀਤਾ, ਪੂਜੀਏ ਵਿਪਰ ਸੀਲ ਗੁਣਹੀਨਾ, ਸ਼ੂਦਰ ਨਾ ਗੁਣਗਨ ਗਿਆਨ ਪ੍ਰਵੀਨਾ,
ਕਿ ਪੰਡਤ ਨੂੰ ਪੂਜੋ, ਚਾਹੇ ਉਹ ਕਿੰਨਾ ਵੀ ਘਟੀਆ ਹੋਵੇ, ਜਿੰਨਾ ਮਰਜ਼ੀ ਕਰੈਕਟਰਲੈਸ ਹੋਵੇ, ਉਹਨੂੰ ਪੂਜਣਾ ਚਾਹੀਦਾ ਆ। ਸ਼ੂਦਰ ਨਾ ਗੁਣਗਣ ਗਿਆਨ ਪ੍ਰਵੀਨਾ, ਸ਼ੂਦਰ ਭਾਵੇਂ ਗੁਣਾਂ ਨਾਲ ਕਿੰਨਾ ਵੀ ਭਰਪੂਰ ਹੋਵੇ, ਉਹਨੂੰ ਨਹੀਂ ਪੂਜਣਾ ਚਾਹੀਦਾ। ਉਹ ਅੰਬੇਡਕਰ ਵਰਗਾ ਹੋਵੇ, ਉਹ ਕਾਂਸ਼ੀ ਰਾਮ ਵਰਗਾ ਹੋਵੇ, ਉਹ ਮਹਾਤਮਾ ਫੂਲੇ ਵਰਗਾ ਹੋਵੇ, ਉਹ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ, ਗੁਰੂ ਨਾਨਕ ਵਰਗਾ ਹੋਵੇ, ਸਤਿਗੁਰੂ ਰਵਿਦਾਸ ਵਰਗਾ ਹੋਵੇ, ਉਹਨੂੰ ਨਹੀਂ ਪੂਜਣਾ ਚਾਹੀਦਾ। ਇਹ ਬ੍ਰਾਹਮਣਵਾਦ ਦੀ ਬਾਤ ਹੈ। ਇਹ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਇਹ ਬੀੜਾ ਚੁੱਕਿਆ ਔਰ ਉਹਨਾਂ ਨੇ ਇਸ ਡਿਵਾਈਨ ਥਿਊਰੀ ਨੂੰ, ਬ੍ਰਾਹਮਣਵਾਦ ਨੂੰ, ਇਸ ਗੱਲ ਦੀ ਚੁਣੌਤੀ ਦਿੱਤੀ। ਉਹਨਾਂ ਨੇ ਚੁਣੌਤੀ ਦਿੱਤੀ ਕਿ ਰਵਿਦਾਸ ਬ੍ਰਾਹਮਣ ਮਤ ਪੂਜੀਏ, ਜੋ ਹੋਵੇ ਗੁਣਹੀਨ, ਪੂਜੋ ਚਰਨ ਚੰਡਾਲ ਕੇ, ਜੋ ਹੋਵੇ ਗੁਣ ਪ੍ਰਵੀਨ। ਗੁਰੂ ਰਵਿਦਾਸ ਕਹਿੰਦੇ ਭਈ ਐਸੇ ਮਤਲਬ ਜਿਹੜਾ ਬ੍ਰਾਹਮਣ ਹੈ, ਉਹਨੂੰ ਨਹੀਂ ਪੂਜਣਾ ਚਾਹੀਦਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ, ਜਿਹਦੇ ਵਿੱਚ ਕੋਈ ਅਖਲਾਕ ਨਹੀਂ ਹੈ, ਜਿਹਦਾ ਕੋਈ ਚਰਿੱਤਰ ਨਹੀਂ ਹੈ, ਉਹਨੂੰ ਨਹੀਂ ਪੂਜਣਾ ਚਾਹੀਦਾ। ਹਾਂ, ਜਿਹੜਾ ਵਧੀਆ ਇਨਸਾਨ ਹੈ, ਚਰਿੱਤਰ ਆ ਜਿਸ ਬੰਦੇ ਦੇ ਕੋਲ, ਉਹਨੂੰ ਕੋਈ ਪੂਜਣ 'ਚ ਜਾਂ ਉਹਦੀ ਮਹਿਮਾ ਕਰਨ ਦੇ ਵਿੱਚ ਕੋਈ ਦੂਜਾ ਨਹੀਂ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ ਵੀ ਜਿਹੜਾ ਚੰਡਾਲ ਹੈ, ਜਿਹੜਾ ਸ਼ੂਦਰ ਹੈ, ਜਿਹੜਾ ਰੀਸ਼ ਜਿਹਨਾਂ ਲੋਕਾਂ ਨੂੰ ਬਣਾਇਆ ਗਿਆ, ਜਿਹੜੇ ਉਹਨਾਂ ਦੇ ਵਿੱਚੋਂ ਜਿਹੜੇ ਜਾਣਕਾਰ ਜਿਹੜੇ ਲੋਕ ਹੈ, ਔਰ ਐਸੇ ਲੋਕਾਂ ਨੂੰ, ਮਹਾਨ ਲੋਕਾਂ ਨੂੰ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ ਆ। ਸੋ ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਇਸ ਦੇਸ਼ ਦੇ ਅੰਦਰ ਉਹਨਾਂ ਨੇ ਸੰਘਰਸ਼ ਇਸ ਦੇਸ਼ ਦੇ ਅੰਦਰ ਸ਼ੁਰੂ ਕੀਤਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਜਬੈ ਬਾਣ ਲੱਗ ਗਏ ਤਬੈ ਰੁਸ ਜਗ ਗਏ। ਕਿਉਂਕਿ ਉਸ ਵਕਤ ਇਸ ਦੇਸ਼ ਦੇ ਅੰਦਰ ਮੁਗਲਾਂ ਦਾ ਰਾਜ ਜਿਹੜਾ ਸੀ ਉਹ ਸਥਾਪਿਤ ਹੋ ਚੁੱਕਾ ਸੀ, ਔਰ ਮੁਗਲਾਂ ਦਾ ਰਾਜ ਸਥਾਪਿਤ ਹੋ ਚੁੱਕਾ ਸੀ। ਔਰ ਮੈਨੂੰ ਬੜਾ ਚੰਗੀ ਤਰ੍ਹਾਂ ਸ਼ਾਇਦ ਇਸ ਗੱਲ ਦਾ ਮੈਨੂੰ ਚੇਤਾ ਆਇਆ, ਇਸ ਗੱਲ ਦੇ ਬਾਰੇ, ਜਿਹੜੀ ਨਲੰਦਾ ਯੂਨੀਵਰਸਿਟੀ ਸੀ, ਜਿਹੜੀ ਜਦੋਂ ਦੇਸ਼ ਪ੍ਰਬੁੱਧ ਭਾਰਤ ਸੀ, ਜਦੋਂ ਨਲੰਦਾ ਯੂਨੀਵਰਸਿਟੀ ਉਹ ਇਸ ਦੇਸ਼ ਦੇ ਵਿੱਚ ਜਿਸ ਵੇਲੇ ਸਾੜੀ ਗਈ ਆ, ਉਹ ਜਦੋਂ ਵਿਦੇਸ਼ੀ ਹਮਲਾਵਰ ਆਏ ਆ, ਜਦੋਂ ਉਹ ਨਲੰਦਾ ਯੂਨੀਵਰਸਿਟੀ ਸਾੜੀ ਗਈ ਆ, ਜਿਹੜੀ ਧਰਤੀ ਦੇ ਵਿੱਚੋਂ, ਜਿਹੜੀ ਖੁਦਾਈ ਦੇ ਵਿੱਚੋਂ ਬਾਹਰ ਆਈ ਆ, ਬਿਹਾਰ ਦੇ ਵਿੱਚ ਆ, ਤੇ 90 ਕਿਲੋਮੀਟਰ ਦੇ ਵਿੱਚ ਏਰੀਏ ਦੇ ਵਿੱਚ ਉਹ ਯੂਨੀਵਰਸਿਟੀ ਆ, ਔਰ ਜਿਹਦੇ ਵਿੱਚ 10,000 ਲੋਕ ਜਿਹੜੇ ਸੀਗੇ, ਉੱਥੇ ਵਿਦਿਆਰਥੀ ਸੀ ਉਹ ਪੜ੍ਹਦੇ ਸੀਗੇ, ਵਿਦੇਸ਼ਾਂ ਤੋਂ ਆ ਕੇ ਲੋਕ ਪੜ੍ਹਦੇ ਸੀਗੇ। ਔਰ ਉਹਦੀ ਜਿਹੜੀ ਲਾਇਬ੍ਰੇਰੀ ਸੀ, 3 ਮਹੀਨੇ ਉਹਦੀ ਲਾਇਬ੍ਰੇਰੀ ਨੂੰ ਸਾੜਨ ਦੇ ਉੱਤੇ ਲੱਗ ਗਏ, ਜਦੋਂ ਉਹ ਇਸ ਦੇਸ਼ ਦੇ ਅੰਦਰ ਕਤਲੇਆਮ ਕੀਤਾ ਗਿਆ, ਜਦੋਂ ਇਸ ਦੇਸ਼ ਦੇ ਅੰਦਰ ਉਹ ਪ੍ਰਬੁੱਧ ਭਾਰਤ ਨੂੰ ਇਸ ਦੇਸ਼ ਦੇ ਵਿੱਚ ਲੁੱਟਿਆ ਗਿਆ, ਸਾੜਿਆ ਗਿਆ। ਉਸ ਵੇਲੇ ਮੁਗਲਾਂ ਦਾ ਰਾਜ ਇਸ ਦੇਸ਼ ਦੇ ਉੱਤੇ ਸਥਾਪਿਤ ਹੋ ਚੁੱਕਾ ਸੀਗਾ। ਔਰ ਮੁਗਲਾਂ ਦਾ ਰਾਜ ਜਦੋਂ ਇਸ ਦੇਸ਼ ਦੇ ਉੱਤੇ ਸਥਾਪਿਤ ਹੋ ਚੁੱਕਾ ਸੀ, ਤਾਂ ਮੁਗਲਾਂ ਦੇ ਆਉਣ ਦੇ ਨਾਲ, ਕਿਉਂਕਿ ਜਿੱਦਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਨਾਮਦੇਵ ਕਹਿੰਦੇ ਆ ਕਿ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਚੋਂ ਗਿਆਨੀ ਸਿਆਣਾ। ਇਸ ਗੱਲ ਦਾ ਮਤਲਬ ਉਹ ਸਮਝਣ ਦੀ ਲੋੜ ਹੈ ਕਿ ਹਿੰਦੂ ਅੰਨਾ, ਉਹ ਕਹਿੰਦਾ ਹਿੰਦੂ ਤਾਂ ਅੰਨਾ ਆ, ਸਤਿਗੁਰੂ ਨਾਮਦੇਵ ਕਹਿੰਦੇ ਉਹ ਅੰਨਾ ਕਿੱਦਾਂ ਆ ਭਈ? ਉਹ ਮਤਲਬ ਉਹ ਜਿਹੜੇ 85-90% ਲੋਕ ਹੈ, ਸ਼ੂਦਰ ਕਹੇ ਜਾਣ ਵਾਲੇ ਲੋਕ ਹੈ, ਉਹ ਕਹਿੰਦਾ ਇਹ ਇਨਸਾਨੇ ਨਹੀਂ ਹੈ। ਇਹਨਾਂ ਦਾ ਪੱਧਰ ਉਹ ਕੁੱਤਿਆਂ ਬਿੱਲਿਆਂ ਵਾਲਾ ਹੋਣਾ ਚਾਹੀਦਾ। ਨਾ ਇਹਨਾਂ ਨੂੰ ਖਾਣ ਨੂੰ ਰੋਟੀ, ਨਾ ਕੱਪੜਾ, ਨਾ ਰਹਿਣ ਦੇ ਲਈ ਛੱਤ ਹੋਣੀ ਚਾਹੀਦੀ ਆ। ਇਹ ਘਮੰਤਰੂ ਹੋਣ, ਇੱਕ ਰਾਤ ਇੱਥੇ, ਅਗਲੇ ਰਾਤ ਅਗਲੇ ਪਿੰਡ ਜਾ ਕੇ ਰਹਿਣ। ਇਹ ਬ੍ਰਾਹਮਣਵਾਦ ਦੀ ਜਿਹੜੀ ਥਿਊਰੀ ਆ। ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਜਿਹੜਾ ਪੈਮਾਨਾ ਇਸ ਦੇਸ਼ ਦੇ ਅੰਦਰ ਬ੍ਰਾਹਮਣਵਾਦ ਨੇ ਇਸ ਦੇਸ਼ ਦੇ ਵਿੱਚ ਲਾਗੂ ਕੀਤਾ, ਕਿ ਤਾਂ ਕਰਕੇ ਸਤਿਗੁਰੂ ਨਾਮਦੇਵ ਜੀ ਕਹਿੰਦੇ ਕਿ ਹਿੰਦੂ ਅੰਨਾ ਤੁਰਕੂ ਕਾਣਾ। ਤੇ ਹਿੰਦੂ ਅੰਨਾ ਆ, ਉਹ ਤਾਂ ਕਹਿੰਦਾ ਵੀ ਇਹ ਇਨਸਾਨੇ ਹੈ ਨਹੀਂ, ਤੇ ਤੁਰਕੂ ਕਾਣਾ ਕਿੱਦਾਂ ਆ ਭਈ? ਇਹ ਕਮ ਸੇ ਕਮ, ਵੈਸੇ ਤਾਂ ਇਹ ਮੁਸਲਮਾਨ ਧਰਮ ਤੋਂ ਬਾਹਰ ਦੂਜਿਆਂ ਨੂੰ ਕਾਫਰ ਕਹਿੰਦੇ ਆ, ਮੁਸਲਮਾਨ ਦੂਜੇ ਨੂੰ ਕਾਫਰ ਕਹਿੰਦੇ ਆ, ਪਰ ਉਹ ਜਿਸ ਵੇਲੇ ਕੋਈ ਮੁਸਲਮਾਨ ਬਣ ਜਾਂਦਾ ਆ, ਫਿਰ ਉਹ ਉਹਨੂੰ ਗਲੇ ਲਗਾ ਲੈਂਦੇ ਆ, ਉਹਦੇ ਨਾਲ ਵਿਤਕਰਾ ਨਹੀਂ ਕਰਦੇ। ਇਸ ਕਰਕੇ ਸਤਿਗੁਰੂ ਨਾਮਦੇਵ ਜੀ ਨੇ ਕਿਹਾ ਕਿ ਹਿੰਦੂ ਅੰਨਾ ਤੁਰਕੂ ਕਾਣਾ। ਉਹ ਵੀ ਪੂਰਾ ਸਜਾਖਾ ਨਹੀਂ ਕਿਹਾ ਸਤਿਗੁਰੂ ਨਾਮਦੇਵ ਨੇ ਵੀ ਤੁਰਕ ਵੀ ਮੁਗਲ ਮੁਸਲਮਾਨ ਹੈ ਉਹ ਵੀ ਕਾਣਾ ਆ, ਪਰ ਹਿੰਦੂ ਅੰਨਾ ਆ। ਦੋਹਾਂ ਚੋਂ ਗਿਆਨੀ ਸਿਆਣਾ। ਗਿਆਨੀ ਕਿਹੜਾ? ਜਿਹਨੂੰ ਅਸੀਂ ਸਿੱਖ ਮੱਤ ਕਹਿੰਦੇ ਆ, ਜਿਹਨੂੰ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਲਹਿਰ ਕਹਿੰਦੇ ਆ, ਜਿਹਨੂੰ ਅਸੀਂ ਸਤਿਗੁਰੂ ਨਾਮਦੇਵ ਦੀ ਲਹਿਰ ਕਹਿੰਦੇ ਆ, ਸਤਿਗੁਰੂ ਕਬੀਰ ਦੀ ਲਹਿਰ ਕਹਿੰਦੇ ਆ, ਜਿਹਨੂੰ ਅਸੀਂ ਬਾਬੇ ਨਾਨਕ ਦਾ ਫਲਸਫਾ ਕਹਿੰਦੇ ਆ, ਸਤਿਗੁਰੂ ਅਰਜਨ ਦੇਵ ਜੀ ਦਾ ਫਲਸਫਾ ਕਹਿੰਦੇ ਆ, ਜਿਹਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਲੀਹਾਂ ਦੇ ਉੱਤੇ ਚੱਲ ਕੇ ਆਪਣਾ ਸਾਰਾ ਸਰਵੰਸ ਵਾਰ ਦਿੱਤਾ। ਇਹ ਆ ਉਹ ਗਿਆਨੀ ਸਿਆਣਾ ਜਿਹਦੇ ਬਾਰੇ ਇਹਦੇ ਵਿੱਚ ਸਤਿਗੁਰੂ ਨਾਮਦੇਵ ਕਹਿੰਦੇ ਆ ਕਿ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਚੋਂ ਗਿਆਨੀ ਸਿਆਣਾ।
ਗਿਆਨੀ ਕਿਹਨੂੰ ਕਿਹਾ ਗਿਆ? ਜਿਹੜੇ ਲੋਕ ਮਾਨਵਤਾਵਾਦ ਦੇ ਵਿੱਚ ਜਿਹੜਾ ਆ ਲੋਕ ਜਿਹੜੇ ਆ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਕ ਆ, ਔਰ ਜਿਹੜੇ ਲੋਕ ਮਾਨਵਤਾਵਾਦ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹੈ, ਇਹ ਜਿਹੜੀ ਲਹਿਰ ਹੈ ਇਸ ਦੇਸ਼ ਦੇ ਅੰਦਰ, ਜਿਹੜੀ 14ਵੀਂ ਸਦੀ ਦੇ ਵਿੱਚ ਜਿਹੜੀ ਪੈਦਾ ਹੋਈ ਜਾਂ 12ਵੀਂ ਸਦੀ ਤੋਂ ਸਤਿਗੁਰੂ ਨਾਮਦੇਵ ਜੀ ਨੇ ਇਸ ਅੰਦੋਲਨ ਨੂੰ ਮਤਲਬ ਜਿਹੜਾ ਉਹਨਾਂ ਨੂੰ ਚੱਕਿਆ ਗਿਆ। ਸਤਿਗੁਰੂ ਨਾਮਦੇਵ ਮਹਾਰਾਸ਼ਟਰ ਵਿੱਚ ਪੈਦਾ ਹੋਏ ਔਰ ਉਹਨਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਹ 18 ਸਾਲ ਇੱਥੇ ਪੰਜਾਬ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਘਮਾਣ ਦੇ ਵਿੱਚ ਕਸਬੇ ਦੇ ਵਿੱਚ ਇੱਥੇ ਆ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ ਉਹਨਾਂ ਨੇ। ਸਤਿਗੁਰੂ ਕਬੀਰ ਮਹਾਰਾਜ ਜੀ, ਜਿਹਨੂੰ 70 ਸਜ਼ਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਹਾਥੀਆਂ ਦੇ ਮੂਹਰੇ ਬੰਨ੍ਹ ਕੇ ਸੁੱਟਿਆ ਗਿਆ, ਹੱਥ ਪੈਰ ਬੰਨ੍ਹ ਕੇ ਜਿਹੜਾ ਦਰਿਆਵਾਂ ਵਿੱਚ ਨਦੀਆਂ ਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ। ਮਤਲਬ ਉਹ ਤੋਂ ਬਾਅਦ ਕਿਹੜਾ ਤਸ਼ੱਦਦ ਹੈ ਜਿਹੜਾ ਉਹਨਾਂ ਦੇ ਸੀਨੇ ਦੇ ਉੱਤੇ ਉਹਨਾਂ ਨੇ ਨਹੀਂ ਸਹਾਰਿਆ ਸਾਡੇ ਸਤਿਗੁਰਾਂ ਨੇ। ਹੁਣ ਸਵਾਲ ਆਇਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਦੇ ਉੱਤੇ ਪਗੜੀ ਹੈ ਸੀ ਜਾਂ ਪਗੜੀ ਨਹੀਂ ਸੀ। ਪਰ ਮੈਂ ਇਹਦੇ ਲਈ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਦੇ ਉੱਤੇ ਪਗੜੀ ਸੀ ਔਰ ਉਹਨਾਂ ਦੀ ਪਗੜੀ ਜਿਹੜੀ ਆ ਕਿਉਂ ਨਹੀਂ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਇਤਿਹਾਸ ਹੈ ਉਹ ਹਮੇਸ਼ਾ ਹੁਕਮਰਾਨ ਲੋਕ ਲਿਖਦੇ ਆ, ਜਿੱਤੇ ਹੋਏ ਲੋਕ ਲਿਖਦੇ ਆ। ਰਾਜ ਭਾਗ ਜਿਨ੍ਹਾਂ ਦੇ ਕੋਲ ਹੁੰਦਾ, ਇਤਿਹਾਸ ਉਹਨਾਂ ਦਾ ਹੁੰਦਾ, ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਦਾ ਪਾਠ ਹੁੰਦਾ ਆ। ਹੁਣ ਜਿਹੋ ਜਿਹਾ ਮਤਲਬ ਉਹਨਾਂ ਨੂੰ ਇਤਿਹਾਸ ਚਾਹੀਦਾ ਸੀ, ਉਹੋ ਜਿਹਾ ਇਤਿਹਾਸ ਉਹਨਾਂ ਨੇ ਬਣਾ ਲਿਆ। ਔਰ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਗੁਰੂ ਰਵਿਦਾਸ ਜੀ ਦੇ ਸੰਬੰਧ ਵਿੱਚ ਹੋਵੇ, ਚਾਹੇ ਉਹ ਕਿਸੇ ਮਹਾਂਪੁਰਸ਼ ਦੇ ਸੰਬੰਧ ਵਿੱਚ ਹੋਵੇ, ਕਿਸੇ ਗੁਰੂ ਰਹਿਬਰ ਦੇ ਸੰਬੰਧ ਵਿੱਚ ਹੋਵੇ, ਜਿੱਦਾਂ ਦੀਆਂ ਸਾਖੀਆਂ, ਜਿੱਦਾਂ ਦਾ ਉਹਨਾਂ ਨੂੰ ਚਾਹੀਦਾ ਸੀ ਇਤਿਹਾਸ, ਉਸ ਤਰ੍ਹਾਂ ਦਾ ਇਤਿਹਾਸ ਜਿਹੜਾ ਉਹਨਾਂ ਨੇ ਸਿਰਜ ਲਿਆ, ਉਸ ਇਤਿਹਾਸ ਨੂੰ ਲਿਖ ਲਿਆ। ਤੇ ਹੁਣ ਜਿਹੜੀ ਪਗੜੀ ਦਾ ਸਵਾਲ ਮੈਂ ਗੱਲ ਕਹਿਣੀ ਚਾਹਨਾ, ਮੈਂ ਬੜੇ ਚਿਰਾਂ ਤੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਮੈਂ ਬੜਾ ਲੰਬਾ ਸਮਾਂ ਇਸ ਗੱਲ ਦੇ ਉੱਤੇ ਚਿੰਤਨ ਕੀਤਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਸਿਰ ਤੋਂ ਨੰਗੇ ਕਿਉਂ। ਜਦੋਂ ਮੈਂ ਇਸ ਚੀਜ਼ ਨੂੰ ਐਨਾਲਿਸਿਸ ਕੀਤਾ ਮੈਂ ਜਦੋਂ ਇਹਦੇ ਮੈਂ ਸਿੱਟੇ ਦੇ ਉੱਤੇ ਪਹੁੰਚਿਆ ਕਿ ਗੁਰੂ ਰਵਿਦਾਸ ਜੀ ਸਿਰ ਤੋਂ ਨੰਗੇ ਨਹੀਂ ਸੀਗੇ, ਉਹਨਾਂ ਨੂੰ ਸਿਰ ਤੋਂ ਨੰਗੇ ਕੀਤਾ ਗਿਆ। ਉਹਦਾ ਕਾਰਨ ਕੀ ਆ? ਕਿਉਂਕਿ ਜਿਹੜੀ ਪਗੜੀ ਆਪਾਂ ਗੱਲ ਕਹਿੰਦੇ ਆ, ਪਗੜੀ ਹੀ ਤਾਂ ਜਿਹੜੀ ਉਹ ਸ਼ਾਨ ਹੈ ਇਨਸਾਨ ਦੀ। ਜਿਹੜੇ ਹੁਕਮਰਾਨ ਲੋਕ ਹੁੰਦੇ ਆ, ਮਤਲਬ ਪਗੜੀ ਤਾਂ ਸਾਡੀ ਲਾਈ ਗਈ ਆ, ਸਾਡੀ ਇਹ ਧਰਤੀ ਖੋ ਕੇ, ਸਾਡੀਆਂ ਜ਼ਮੀਨਾਂ ਖੋ ਕੇ, ਸਾਡੇ ਕਾਰੋਬਾਰ ਖੋ ਕੇ ਔਰ ਸਾਡੇ ਘਰਾਂ ਨੂੰ ਤਬਾਹ ਕਰਕੇ ਪਗੜੀ ਤਾਂ ਸਾਡੇ ਸਿਰ ਤੋਂ ਲਾਈ ਗਈ ਆ। ਸਾਡੀਆਂ ਇੱਜ਼ਤਾਂ ਮਤਲਬ ਜਿਹੜੀਆਂ ਲੁੱਟ ਕੇ ਸਮਾਜ ਦੀਆਂ, ਪਗੜੀ ਤਾਂ ਸਾਡੇ ਸਿਰ ਤੋਂ ਲਾਈ ਗਈ ਆ। ਔਰ ਜਿਹੜੀ ਪਗੜੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਿਰ ਦੇ ਉੱਤੇ ਰੱਖੀ ਸੀ, ਕਿਉਂਕਿ ਬ੍ਰਾਹਮਣਵਾਦ ਨੂੰ ਇੱਕ ਗੱਲ ਦੀ ਤਕਲੀਫ ਹੋ ਗਈ, ਸੋਚਿਆ ਇਹਨਾਂ ਨੇ ਵੀ ਜੇ ਗੁਰੂ ਰਵਿਦਾਸ ਦੇ ਸਿਰ ਦੇ ਉੱਤੇ ਪਗੜੀ ਹੋਈ ਤਾਂ ਜਿਹੜਾ ਪਗੜੀ ਵਾਲਾ ਪੰਥ ਹੈ ਉਹ ਗੁਰੂ ਰਵਿਦਾਸ ਤੋਂ ਸ਼ੁਰੂ ਹੋ ਜਾਣਾ। ਇਹ ਗੁਰੂ ਰਵਿਦਾਸ ਤੋਂ ਸ਼ੁਰੂ ਹੋ ਜਾਣਾ ਕਿ ਪਗੜੀ ਵਾਲਾ ਪੰਥ ਜਿਹੜਾ ਹੈ ਗੁਰੂ ਰਵਿਦਾਸ ਤੋਂ ਸ਼ੁਰੂ ਹੋਇਆ। ਫਿਰ ਉਹਦਾ ਕਾਰਨ ਅਗਲਾ ਜਿਹੜਾ ਸੀ, ਵੱਡਾ ਖਤਰਾ ਉਹਨਾਂ ਨੂੰ ਸੀ ਕਿ ਜਿਹੜੀ ਚਮਾਰ ਬਰਾਦਰੀ ਆ, ਜਿਹੜੇ ਗੁਰੂ ਰਵਿਦਾਸ ਜਿਸ ਬਰਾਦਰੀ ਵਿੱਚ ਪੈਦਾ ਹੋਇਆ, ਇਹ ਸਭ ਤੋਂ ਵੱਡੀ ਬਰਾਦਰੀ ਆ। ਇਹ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਚਮਾਰ ਬਰਾਦਰੀ ਜਿਹੜੀ ਆ ਫੈਲੀ ਹੋਈ ਆ। ਤੇ ਜੇ ਗੁਰੂ ਰਵਿਦਾਸ ਦੇ ਸਿਰ ਦੇ ਉੱਤੇ ਪਗੜੀ ਮਤਲਬ ਰਹੀ ਤਾਂ ਗੁਰੂ ਰਵਿਦਾਸ ਤੋਂ ਮਤਲਬ ਜਿਹੜਾ ਆ ਉਹ ਗੁਰੂ ਰਵਿਦਾਸ ਤੋਂ ਜਿਹੜਾ ਪਗੜੀ ਵਾਲਾ ਪੰਥ ਜਿਹੜਾ ਆ ਉਹ ਸ਼ੁਰੂ ਹੋਏਗਾ। ਔਰ ਇਸ ਦੇਸ਼ ਦੀ ਜਿਹੜੀ ਸਾਰੀ ਚਮਾਰ ਕੌਮ ਹੈ ਉਹ ਸਿਰਾਂ ਦੇ ਉੱਤੇ ਪਗੜੀ ਜਿਹੜੀ ਆ ਉਹ ਸ਼ਾਨ ਦੇ ਨਾਲ ਸਜਾਉਣ ਲੱਗ ਪੈਗੀ ਜਦੋਂ ਇਹਨਾਂ ਲੋਕਾਂ ਨੂੰ ਚੇਤਨਤਾ ਇਹਨਾਂ ਦੇ ਵਿੱਚ ਆਈ। ਬ੍ਰਾਹਮਣਵਾਦ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਤੋਂ ਪਗੜੀ ਉਹਨਾਂ ਨੇ ਖਿੱਚ ਲਈ, ਪਗੜੀ ਨੂੰ ਲਾ ਦਿੱਤਾ ਗਿਆ ਖਿੱਚ ਕੇ। ਤੇ ਇਹ ਤਾਂ ਜਿਹੜਾ ਇਤਿਹਾਸ ਹੈ ਜਿਹੜਾ ਕਿ ਗੁਰੂ ਰਵਿਦਾਸ ਮਹਾਰਾਜ ਦੀ ਜਦੋਂ ਉਹਨਾਂ ਨੇ ਜਨੇਊ ਪਾਇਆ, ਧੋਤੀ ਲਾਈ, ਸ਼ੰਖ ਵਜਾਇਆ, ਗੰਗਾ ਦੇ ਕਿਨਾਰੇ ਦੇ ਉੱਤੇ ਇਸ਼ਨਾਨ ਕਰਨ ਗਏ, ਉਹਨਾਂ ਦਾ ਬਹੁਤ ਵੱਡਾ ਵਿਰੋਧ ਹੋਇਆ। ਕੱਲਾ ਪਗੜੀ ਦਾ ਵਿਰੋਧ ਨਹੀਂ ਹੋਇਆ, ਪਗੜੀ ਨਹੀਂ ਲਾਈ ਗਈ ਸਿਰ ਤੋਂ, ਉਹ ਤਾਂ ਗੁਰੂ ਰਵਿਦਾਸ ਦੀ ਧੋਤੀ ਨੂੰ ਵੀ ਨਹੀਂ ਮਤਲਬ ਜਿਹੜਾ ਫੜਿਆ ਹੋਇਆ ਸੀ, ਖਿੱਚਿਆ ਹੋਇਆ ਸੀ, ਉਹ ਵੀ ਉਤਾਰਨੀ ਚਾਹੁੰਦੇ ਸੀ ਉਹ। ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਅੰਨ ਤੋਂ ਭਾਵ ਕਿਆ, ਰੋਟੀ ਕੱਪੜਾ ਔਰ ਮਕਾਨ। ਔਰ ਇਸ ਦੇਸ਼ ਦੇ ਅੰਦਰ ਮਤਲਬ ਇਹ ਤੁਹਾਡੇ ਮੌਲਿਕ ਅਧਿਕਾਰ ਤੁਹਾਡੇ ਕੋਲੋਂ ਜਿਹੜੇ ਸੀ ਉਹ ਛਿਨ ਭਿੰਨ ਸੀਗੇ, ਤੁਹਾਡੇ ਕੋਲੋਂ ਖੋਏ ਹੋਏ ਸੀਗੇ। ਔਰ ਇਸ ਕਰਕੇ ਉਹਨਾਂ ਲੋਕਾਂ ਨੇ ਔਰ ਜਿਹੜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਮਤਲਬ ਇਸ ਦੇਸ਼ ਦੇ ਅੰਦਰ, ਕਿਉਂਕਿ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਉਹਨਾਂ ਨੇ ਧੋਤੀ ਲਾਣੀ ਸ਼ੁਰੂ ਕੀਤੀ ਆ, ਜਦੋਂ ਉਹਨਾਂ ਨੇ ਡਿਵਾਈਨ ਥਿਊਰੀ ਨੂੰ, ਰੱਬਵਾਦ ਨੂੰ ਜਦੋਂ ਉਹਨਾਂ ਨੇ ਠੋਕਰ ਮਾਰੀ ਆ, ਇੱਕ ਸ਼ਾਇਰ ਨੇ ਕਿਹਾ ਕਿ ਆਜ਼ਾਦੀ ਦੇ ਦਿਨਾਂ ਵਿੱਚ ਕਿਸੇ ਦੇ ਦਿਲ ਨੂੰ ਕੋਈ ਤੰਗੀ ਨਹੀਂ ਹੁੰਦੀ, ਗੁਲਾਮੀ ਕਦੇ ਖੁਸ਼ੀਆਂ ਦੇ ਰੰਗਾਂ ਵਿੱਚ ਰੰਗੀ ਨਹੀਂ ਹੁੰਦੀ,
ਵਤਨ ਦੇ ਆਸ਼ਕਾਂ ਨੇ ਇਹੋ ਸਿੱਧ ਕੀਤਾ ਏ, ਗੁਲਾਮੀ ਤਾਂ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੀ ਇਹ ਗੁਲਾਮੀ ਰੱਬ ਦੀ ਗੁਲਾਮੀ ਸੀ, ਡਿਵਾਈਨ ਥਿਊਰੀ ਸੀ, ਸਤਿਗੁਰੂ ਰਵਿਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਉਹਨੂੰ ਠੋਕਰ ਮਾਰੀ, ਠੁੱਡ ਮਾਰੀ ਕਿ ਨਹੀਂ, ਅਸੀਂ ਐਸੇ ਰੱਬ ਨੂੰ ਨਹੀਂ ਮੰਨਦੇ ਜਿਹੜਾ ਬੰਦੇ ਦਾ ਦੂਸਰੇ ਬੰਦੇ ਦੇ ਵਿੱਚ ਵਿਤਕਰਾ ਕਰਦਾ ਆ, ਜਿਹੜਾ ਰੱਬ ਇੱਕ ਬੰਦੇ ਨੂੰ ਛੋਟਾ ਬਣਾਉਂਦਾ, ਇੱਕ ਨੂੰ ਵੱਡਾ ਬਣਾਉਂਦਾ ਆ, ਜਿਹੜਾ ਰੱਬ ਇੱਕ ਬੰਦੇ ਨੂੰ 16 ਪਕਵਾਨ ਜਿਹੜੇ ਆ ਉਹ ਮਤਲਬ ਦਿੰਦਾ ਆ ਖਾਣ ਲਈ, ਇੱਕ ਪਾਸੇ ਬੰਦੇ ਨੂੰ ਰੋਟੀ ਨਹੀਂ ਜਿਹੜੀ ਆ ਸੁੱਕੀ ਮਿਲਦੀ ਖਾਣ ਨੂੰ। ਉਹਨਾਂ ਨੇ ਕਿਹਾ ਅਸੀਂ ਐਸੇ ਰੱਬ ਨੂੰ ਨਹੀਂ ਮੰਨਦੇ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਭ ਤੋਂ ਵੱਡਾ ਚੈਲੰਜ ਸੀ, ਚੁਣੌਤੀ ਸੀ, ਸਭ ਤੋਂ ਵੱਡਾ ਚੈਲੰਜ ਸੀ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਦੇਸ਼ ਦੇ ਅੰਦਰ ਜਿਸ ਚੈਲੰਜ ਦੇ ਨਾਲ ਉਹ ਲੜੇ ਆ, ਇਸ ਰੱਬਵਾਦ ਦੇ ਖਿਲਾਫ, ਇਸ ਡਿਵਾਈਨ ਥਿਊਰੀ ਦੇ ਖਿਲਾਫ। ਸੋ ਇਸ ਕਰਕੇ ਅਸੀਂ ਬੜੇ ਭੁਲੱਕੜ ਲੋਕ ਹਾਂ ਅਸੀਂ, ਜਾਂ ਅਸੀਂ ਭਲੇ ਮਾਨਸ ਕਹਿ ਲਓ, ਜਾਂ ਭੋਲੇ ਕਹਿ ਲਓ, ਜਾਂ ਕੁਛ ਕਹਿ ਲਓ, ਠੀਕ ਹੈ ਗੱਲ। ਫਿਰ ਜੇ ਕੁਛ ਹੋਰ ਲਫ਼ਜ਼ ਜਿਹੜਾ ਕੋਈ ਇੱਧਰ ਉੱਧਰ ਦਾ ਆ ਗਿਆ ਤਾਂ ਫਿਰ ਕਈਆਂ ਨੂੰ ਤਕਲੀਫ ਹੁੰਦੀ ਆ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਦੇ ਨਾਲ ਕਿ ਜੋ ਕੁਛ ਬ੍ਰਾਹਮਣਵਾਦ ਨੇ ਲਿਖਿਆ, ਜੋ ਕੁਛ ਬ੍ਰਾਹਮਣਵਾਦ ਨੇ ਘੜਿਆ, ਉਹਦੇ ਮੁਤਾਬਕ ਜਿਹੜਾ ਆ ਤੁਹਾਨੂੰ ਮਤਲਬ ਆਪਣੇ ਆਪ ਨੂੰ ਪਹਿਚਾਨਣਾ ਪਏਗਾ, ਤੁਹਾਨੂੰ ਆਪਣਾ ਇਤਿਹਾਸ ਆਪ ਸਿਰਜਣਾ ਪਏਗਾ, ਤੁਹਾਨੂੰ ਆਪਣਾ ਇਤਿਹਾਸ ਆਪ ਲਿਖਣਾ ਪਏਗਾ। ਔਰ ਜਿਹੜੀ ਚੀਜ਼ ਜਿਹੜੀ ਆ ਤੁਹਾਡੀ ਸ਼ਾਨ ਦੇ ਖਿਲਾਫ ਹੈ, ਤੁਸੀਂ ਉਹਨੂੰ ਕਿੱਕ ਆਊਟ ਕਰ ਸਕਦੇ ਆ। ਜਿਹੜੀ ਚੀਜ਼ ਜਿਹੜੀ ਪੱਗ ਸਿਰ ਦੇ ਉੱਤੇ ਰੱਖਣ ਨਾਲ ਸ਼ਾਨ ਬਣਦੀ ਆ ਕਿ ਇਨਸਾਨ ਦੀ ਜਿਹੜੀ ਸ਼ਾਨ ਘਟਦੀ ਆ, ਮੈਨੂੰ ਇਸ ਗੱਲ ਦਾ ਵੀ ਕੋਈ ਜਵਾਬ ਦੇ ਦੇਵੇ। ਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਬਾਅਦ, ਜਿਸ ਵੇਲੇ ਮਤਲਬ ਉਹਨਾਂ ਦੇ ਸਿਰ ਤੋਂ, ਉਹਨਾਂ ਦੇ ਸੰਘਰਸ਼ ਤੋਂ ਬਾਅਦ ਅੱਗੇ ਮਤਲਬ ਇਸ ਕਾਰਵਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉੱਥੇ ਚੂੜਕਾਣੇ ਦੇ ਵਿੱਚ ਉਹਨਾਂ ਦਾ ਜਿਹੜਾ ਮਿਲਾਪ ਹੋਇਆ, ਜਿਹਨੂੰ ਕਿਹਾ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ। ਸੱਚਾ ਸੌਦਾ ਕਿਆ ਕੀਤਾ ਕਿ ਜਿਹੜੇ ਭੁੱਖੇ ਸਾਧੂ ਸੀਗੇ ਉਹਨਾਂ ਨੂੰ ਮਤਲਬ ਜਿਹੜਾ ਭੋਜਨ ਛਕਾਇਆ, ਉਹਨਾਂ ਨੇ 20 ਰੁਪਏ ਉੱਥੇ ਖਰਚ ਦਿੱਤੇ, ਤੇ ਉਹ ਜਿਸ ਵੇਲੇ ਘਰ ਆਏ ਤਾਂ ਉਹਨਾਂ ਦੇ ਬਾਪ ਨੇ ਉਹਨਾਂ ਦੇ ਚਪੇੜਾਂ ਮਾਰੀਆਂ, ਹੈ ਜੀ, ਉਹਨਾਂ ਦੀ ਭੈਣ ਨੇ ਮਤਲਬ ਉਹਨਾਂ ਦਾ ਬਚਾਅ ਕੀਤਾ। ਇਸ ਤਰ੍ਹਾਂ ਦੀਆਂ ਕਹਾਣੀਆਂ ਅੱਜ ਤੱਕ ਇਹ ਨਹੀਂ ਮਤਲਬ ਦੱਸਿਆ ਗਿਆ ਵੀ ਉਹਨੂੰ ਸੱਚਾ ਸੌਦਾ ਕਿਉਂ ਕਿਹਾ ਗਿਆ। ਅੱਜ ਕਿਹਾ ਜਾਂਦਾ ਕਿ ਜਿਹੜੇ ਲੰਗਰ ਚੱਲਦੇ ਆ ਇਹ ਬਾਬੇ ਨਾਨਕ ਦੇ, ਉਹ 20 ਰੁਪਏ ਵਾਲੇ ਲੰਗਰ ਚੱਲਦੇ ਆ, ਬਾਬੇ ਨਾਨਕ ਵਾਲੇ 20 ਰੁਪਏ ਜਿਹੜੇ ਆ ਉਹ ਨਹੀਂ ਅਜੇ ਤੱਕ ਮੁੱਕੇ, ਉਹ ਲੰਗਰ ਚੱਲਦੇ ਆ। ਉਹ ਕਹਾਣੀ ਜਿਹੜੀ ਆ ਭਲਿਓ ਮਾਨਸੋ ਕੋਈ ਹੋਰ ਹੈ ਜਿਹੜੀ ਸੱਚੇ ਸੌਦੇ ਵਾਲੀ ਆ, ਕਿ ਇਹ ਲੰਗਰ ਦੀ ਕਹਾਣੀ ਹੋਰ ਵਾ। ਸੱਚਾ ਸੌਦਾ ਜਿਹੜਾ ਸੀ ਉਹ ਸੀ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ, ਜਿਹੜੇ ਭੁੱਖੇ ਜਿਹਨਾਂ ਨੂੰ ਭੁੱਖੇ ਸਾਧੂ ਕਿਹਾ ਗਿਆ, ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਣ ਜੀ, ਸਦਨਾ ਜੀ, ਸਤਿਗੁਰੂ ਤਰਲੋਚਨ ਜੀ, ਇਹ 5 ਮਹਾਂਪੁਰਸ਼ਾਂ ਦੀ ਮੰਡਲੀ ਸੀ। ਜਦੋਂ ਪੰਜਾਬ ਦੇ ਉਹ ਦੌਰੇ ਦੇ ਉੱਤੇ ਆਏ ਆ ਚੂੜਕਾਣੇ ਦੇ ਵਿੱਚ ਬਾਬੇ ਨਾਨਕ ਦੇ ਨਾਲ, ਉੱਥੇ ਉਹਨਾਂ ਦਾ ਮਿਲਾਪ ਹੋਇਆ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬਾਲ ਅਵਸਥਾ ਦੇ ਵਿੱਚ ਗਏ, ਉਹਨਾਂ ਨੇ ਜਿਸ ਵੇਲੇ ਉਹਨਾਂ ਦੇ ਨਾਲ ਵਿਚਾਰ ਗੋਸ਼ਟੀ ਹੋਈ, ਵਿਚਾਰ ਗੋਸ਼ਟੀ ਕਰਕੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਯਾਰ ਅਸਲੀ ਜਿਹੜਾ ਆ ਸੱਚਾ ਸੌਦਾ ਤਾਂ ਆ, ਉਹ ਤਾਂ ਝੂਠਾ ਸੌਦਾ ਆ, ਜਿਹੜਾ ਮਤਲਬ ਜਿਹੜੇ ਉੱਪਰਲੇ ਕਰਮ ਕਾਂਡ ਵਾ, ਇਹ ਜਿਹੜੇ ਉੱਪਰ ਜਾਤ ਪਾਤ ਨੂੰ ਜਿਹੜੇ ਮੰਨਣ ਵਾਲੇ ਲੋਕ ਆ, ਉਹ ਤਾਂ ਝੂਠਾ ਸੌਦਾ ਆ। ਸੱਚਾ ਸੌਦਾ ਤਾਂ ਇਹ ਆ। ਜੇ ਉਹ ਸੱਚਾ ਸੌਦਾ ਸੀ ਤਾਂ ਝੂਠਾ ਸੌਦਾ ਕਿਹੜਾ ਸੀ ਜਿਹਨੂੰ ਨਕਾਰਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਜਿਹਦੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਧ ਵੱਡਿਓ ਸੇ ਕਿਆ ਰੀਸ। ਜਿੱਥੇ ਨਜ਼ਰ ਸੰਭਾਲੀਨ ਨਜ਼ਰ ਸੰਭਾਲੀਨ, ਉੱਥੇ ਜਿੱਥੇ ਨੀਚ ਸੰਭਾਲੀਨ ਉੱਥੇ ਨਜ਼ਰ ਤੇਰੀ ਬਖਸ਼ੀਸ਼। ਇਹ ਸਤਿਗੁਰੂ ਰਵਿਦਾਸ ਨਾਨਕ ਮਹਾਰਾਜ ਜੀ ਨੇ ਕਿਉਂ ਕਿਹਾ? ਭਈ ਉਹਨਾਂ ਨੇ ਮਤਲਬ ਕਿਹਾ ਕਿ ਨੀਚਾ ਅੰਦਰ ਨੀਚ, ਜਿਹੜੇ ਉੱਪਰਲੇ ਜਿਹੜੇ ਸੁਪਰ ਸ਼ੂਦਰ ਕਹਾਉਂਦੇ ਆਪਣੇ ਆਪ ਨੂੰ ਜੱਟ, ਨੀਚਾ ਅੰਦਰ ਨੀਚ ਜਾਤ ਬੈਕਵਰਡ ਕਲਾਸ, ਨੀਚੀ ਹੂੰ ਸ਼ਡੂਲ ਕਾਸਟ, ਨੀਤੀ ਹੂੰ ਅਤ ਨੀਚ, ਜਿਹੜੇ ਸ਼ਡੂਲ ਟਰਾਈਬਸ ਹੈ। ਇਹ 4 ਸਟੈਪ ਹੈ ਇਹਦੇ ਵਿੱਚ, ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ। ਤੇ ਜਿਹੜੀ ਇਹ ਮਤਲਬ ਜਿਹੜਾ ਆ, ਇਹ ਜਿਹੜਾ ਬ੍ਰਾਹਮਣਵਾਦ ਦਾ ਐਂਟੀਨਾ ਆ, ਜਾਤ ਪਾਤ ਦਾ ਸਿਸਟਮ ਹੈ, ਮੈਂ ਉਸ ਜਾਤ ਪਾਤ ਦੇ ਸਭ ਤੋਂ ਹੇਠਲੇ ਪਾਏ ਦੇ ਉੱਪਰ ਜਿਹੜਾ ਬੰਦਾ ਬੈਠਾ ਆ, ਮੈਂ ਉਹਦੇ ਨਾਲ ਹੈ। ਲੇਕਿਨ ਅੱਜ ਕੀ ਦੇਖਦੇ ਆ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਅੱਜ ਉਹ ਬਾਬੇ ਨਾਨਕ ਦੀ ਵਿਚਾਰਧਾਰਾ ਆ, ਜਾਂ ਬਾਬੇ ਨਾਨਕ ਦਾ ਫਲਸਫਾ ਜਿਨ੍ਹਾਂ ਲੋਕਾਂ ਦੇ ਕੋਲ, ਜਿਹੜੇ ਲੋਕ ਧਰਮ ਦੇ ਅੱਜ ਜਿਹੜੇ ਉਹ ਠੇਕੇਦਾਰ ਬਣੀ ਫਿਰਦੇ ਆ, ਤੇ ਉਹ ਲੋਕ ਜਿਹੜੇ ਆ ਉਹ ਬਾਬੇ ਨਾਨਕ ਨੂੰ ਔਰ ਗੁਰੂ ਰਵਿਦਾਸ ਨੂੰ ਜਿਹੜਾ ਆ ਉਹ ਛਿੰਨ ਭਿੰਨ ਕਰਨ ਦੇ ਵਿੱਚ
ਉਹ ਲੋਕ ਜਿਹੜੇ ਆ ਬ੍ਰਾਹਮਣਵਾਦੀ ਬੋਲੀ ਬੋਲਦੇ ਆ ਕਿ ਗੁਰੂ ਰਵਿਦਾਸ ਜਿਹੜੇ ਸੀ ਉਹ ਭਗਤ ਸੀ ਔਰ ਜਿਹੜੇ ਆ ਗੁਰੂ ਨਾਨਕ ਦੇਵ ਜੀ ਉਹ ਗੁਰੂ ਸੀਗੇ। ਮੈਂ ਹੈਰਾਨ ਹੈ ਇਸ ਗੱਲ ਤੋਂ ਵੀ ਇਹ ਕਿਸ ਤਰ੍ਹਾਂ ਦੀ ਮਾਨਸਿਕਤਾ ਆ, ਕਿਸ ਤਰ੍ਹਾਂ ਦੀ ਸੋਚ ਹੈ, ਇਹ ਕਿਸ ਤਰ੍ਹਾਂ ਦੀ ਵਿਵਸਥਾ ਦੇ ਵਿੱਚ ਆਪਾਂ ਜੀ ਰਹੇ ਹਾਂ। ਔਰ ਫਿਰ ਮਤਲਬ ਜਿਹੜਾ ਆ ਮੈਂ ਪਿਛਲੇ ਦਿਨੀ ਨੈਟ ਦੇ ਉੱਤੇ ਦੇਖ ਰਿਹਾ ਸੀ ਵੀ ਇੱਕ ਬੰਦੇ ਨੇ ਕਿਹਾ ਭਈ ਜਿਹੜੀ ਭਗਤਾਂ ਦੀ ਬਾਣੀ ਆ ਉਹ ਮਤਲਬ ਜਿਹੜੀ ਆ ਗੁਰੂਆਂ ਦੀ ਬਾਣੀ ਦੇ ਮੁਕਾਬਲੇ ਵਿੱਚ ਜਿਹੜੀ ਆ ਬਹੁਤ ਜਿਹੜੀ ਆ ਨਿਚਲੇ ਪੱਧਰ ਦੀ ਬਾਣੀ ਆ। ਮੈਨੂੰ ਹੁਣ ਦਾ ਨਾਂ ਨਹੀਂ ਬੇਵਕੂਫ ਬੰਦੇ ਦਾ ਯਾਦ ਜਿਹਨੇ ਕੋਈ ਕਿਤਾਬ ਲਿਖੀ ਆ। ਮੈਂ ਉਸ ਬਾਂਦਰ ਨੂੰ ਇਹ ਪੁੱਛਣਾ ਚਾਹੁੰਦਾ ਭਈ ਜਿਹੜਾ ਇਸ ਦੇਸ਼ ਅੰਦਰ ਅਗਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਾਂ ਸਤਿਗੁਰੂ ਕਬੀਰ ਮਹਾਰਾਜ ਜੀ, ਸਤਿਗੁਰੂ ਨਾਮਦੇਵ ਮਹਾਰਾਜ ਜੀ, ਅਗਰ ਉਹ ਗੁਰਬਾਣੀ ਦੇ ਜਿਹੜੇ ਮੁੱਢਲੇ ਪੂਰਨੇ ਆ, ਜਿਹੜੇ ਮਤਲਬ ਮਾਨਵਤਾਵਾਦ ਦੇ ਮੁੱਢਲੇ ਪੂਰਨੇ ਆ, ਜਿਹੜੇ ਸਿੱਖ ਧਰਮ ਜਿਹਨੂੰ ਅੱਜ ਕਿਹਾ ਜਾਂਦਾ, ਜਿਹੜੇ ਮੁੱਢਲੇ ਪੂਰਨੇ ਆ, ਜੇ ਉਹ ਨਾ ਪਾਉਂਦੇ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਉਹ ਹੋਂਦ ਵਿੱਚ ਕਿਸ ਤਰ੍ਹਾਂ ਆ ਸਕਦਾ ਸੀ। ਤੇ ਜੇ ਮਤਲਬ ਗੁਰੂ ਰਵਿਦਾਸ ਮਹਾਰਾਜ ਦੀ, ਗੁਰੂ ਕਬੀਰ ਸਾਹਿਬ ਦੀ ਜੇ ਉਹਨਾਂ ਦੀ ਕੋਈ ਭੂਮਿਕਾ ਨਾ ਹੁੰਦੀ ਤਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਕਿੱਦਾਂ ਮਿਲ ਸਕਦਾ ਸੀ। ਔਰ ਮੈਂ ਆਪਣੇ ਲੋਕਾਂ ਨੂੰ ਵੀ, ਭੁਲੱਕੜ ਲੋਕਾਂ ਨੂੰ ਵੀ ਦੱਸਣਾ ਚਾਹਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਜਿਹੜੀ ਆ ਉਹ ਕਿਨ ਕੀਤੀ ਆ, ਉਹਨਾਂ ਦੇ ਲਿਖਾਰੀ ਕੌਣ ਹੈ? ਸਤਿਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ। ਔਰ ਉਹਨਾਂ ਨੂੰ ਤੱਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਛਾਲਾ ਉਹਨਾਂ ਦਾ ਕਿਉਂ ਕਰ ਦਿੱਤਾ ਗਿਆ ਕਿ ਉਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ, ਕਬੀਰ ਸਾਹਿਬ ਦੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤੀ ਆ। ਔਰ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਹੁਣ ਜਿਹੜੇ ਲੋਕ ਅੱਜ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਤਲਬ ਟਿੱਪਣੀਆਂ ਕਰਦੇ ਆ ਵੀ ਅਸੀਂ ਜਿਹੜਾ ਬਾਣੀ ਅਸੀਂ ਵੱਖਰੀ ਕਰ ਲਈ ਆ ਜਾਂ ਅਸੀਂ ਬਾਣੀ ਵੱਖਰੀ ਕਰ ਲੈਣੀ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਦੇ ਉਬਲੇ ਹੋਏ ਪਾਣੀ ਦੇ ਵਿੱਚ ਉਂਗਲੀ ਪਾਈ ਕਦੇ? ਔਰ ਜਿਸ ਰਹਿਬਰ ਨੇ ਇਹ ਮਤਲਬ ਜਿਹੜਾ ਸਾਨੂੰ ਦਿੱਤਾ, ਮੁਸੱਜਮਾ ਦਿੱਤਾ ਗੁਰੂ ਗ੍ਰੰਥ ਸਾਹਿਬ, ਔਰ ਜਿਸ ਰਹਿਬਰ ਦਾ ਇਸ ਕਰਕੇ ਮਤਲਬ ਜਿਹੜਾ ਉਹਨਾਂ ਦਾ ਸਰੀਰ ਦਾ ਛਾਲਾ ਕਰ ਦਿੱਤਾ ਗਿਆ, ਭੁੱਲ ਦਿੱਤਾ ਗਿਆ ਖਿਲ ਦੀ ਤਰ੍ਹਾਂ ਉਹਨਾਂ ਦੇ ਸਰੀਰ ਨੂੰ, ਇਸ ਕਰਕੇ ਕਿ ਗੁਰੂ ਰਵਿਦਾਸ ਮਹਾਰਾਜ ਦੀ, ਜੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਹੁੰਦੀ ਤਾਂ ਫਿਰ ਤੁਸੀਂ ਦੱਸੋ ਕਿੱਥੇ ਖੜਦੇ? ਮੈਂ ਆਪਣੇ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾ ਹੁੰਦੀ, ਬਾਣੀ ਨੂੰ ਵੀ ਛੱਡੋ, ਭਾਵੇਂ ਗੁਰੂ ਰਵਿਦਾਸ ਮਹਾਰਾਜ ਦਾ ਸਾਰਾ 4000 ਸ਼ਬਦ ਹੁੰਦਾ ਵਿੱਚ, 40 ਹੈਗੇ, 40 ਆ, ਇੱਕ ਸ਼ਲੋਕ ਹੈ, ਆਰਤੀ ਆ, ਮੈਂ ਕਹਿੰਦਾ 4000 ਸ਼ਬਦ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਜੇ ਉਹ ਮੋਹਰ ਨਾ ਹੁੰਦੀ, ਇੱਕ ਕਹਿ ਰਵਿਦਾਸ ਖਲਾਸ ਚਮਾਰਾ, ਜੇ ਇਹ ਮੋਹਰ ਨਾ ਹੁੰਦੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ, ਤਾਂ ਕਿਸੇ ਨੇ ਨਹੀਂ ਸੀ ਤੁਹਾਨੂੰ ਗੁਰੂ ਰਵਿਦਾਸ ਛੱਡਣਾ ਤੁਹਾਡੇ ਲਈ, ਕਿਸੇ ਨੇ ਨਹੀਂ ਤੁਹਾਨੂੰ ਗੁਰੂ ਰਵਿਦਾਸ ਦੇ ਲਾਗੇ ਜਾਣ ਦੇਣਾ ਸੀ। ਔਰ ਇਹ ਮਤਲਬ ਜਿਹੜਾ ਆ ਇਹ ਕਿਹਨਾਂ ਦੇ ਹਿੱਸੇ ਗੱਲ ਆਈ ਆ? ਇਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਿੱਸੇ ਗੱਲ ਆਈ ਆ, ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ, ਕਬੀਰ ਸਾਹਿਬ ਦੀ ਬਾਣੀ ਨੂੰ ਮਤਲਬ ਕੱਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤਾ, ਉਹਨਾਂ ਨੇ ਉਹਨਾਂ ਦੀ ਬਾਣੀ ਨੂੰ ਗਾਇਆ, ਉਹਨਾਂ ਦੇ ਕੀਰਤਨ ਸੋਲੇ ਜਿਹੜੇ ਗਾਏ, ਉਹਨਾਂ ਦੀ ਉਸਤਤ ਕੀਤੀ ਆ ਉਹਨਾਂ ਨੇ। ਸੋ ਇਸ ਕਰਕੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਜਿਹੜੀਆਂ ਭ੍ਰਾਂਤਰੀਆਂ ਫੈਲਾਉਂਦੇ ਆ, ਔਰ ਮੈਂ ਇਹ ਵੀ ਕਹਿਣਾ ਚਾਹਨਾ ਕਿ ਇਸ ਦੇਸ਼ ਦੇ ਅੰਦਰ ਜਦੋਂ ਵੀ ਸਮਾਜਿਕ ਪਰਿਵਰਤਨ ਦਾ ਜਿਹੜਾ ਮਤਲਬ ਧੁਰਾ ਬਣੇਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਣੇਗੀ। ਕਿਸੇ ਨੂੰ ਇਸ ਗੱਲ ਦੇ ਵਿੱਚ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਇਸ ਦੇਸ਼ ਦੇ ਅੰਦਰ ਜਦੋਂ ਵੀ ਇਸ ਦੇਸ਼ ਦੇ ਅੰਦਰ ਇਨਕਲਾਬ ਹੋਇਆ, ਜਿਹੜਾ ਸਮਾਜਿਕ ਪਰਿਵਰਤਨ ਆਪਾਂ ਕਹਿੰਦੇ ਆ, ਜਿਸ ਸਮਾਜਿਕ ਪਰਿਵਰਤਨ ਦੇ ਲਈ ਸਾਡੇ ਗੁਰੂ, ਸਾਡੇ ਰਹਿਬਰ, ਸਾਡੇ ਮਹਾਂਪੁਰਸ਼ ਜਿਹੜੇ ਆ ਇਸ ਧਰਤੀ ਦੇ ਉੱਤੇ ਜਿਹੜੇ ਆ ਉਹ ਆਪਣੀ ਜ਼ਿੰਦਗੀਆਂ ਲਾ ਕੇ ਗਏ ਆ, ਔਰ ਉਹ ਜਿਹੜਾ ਸਮਾਜਿਕ ਪਰਿਵਰਤਨ ਤੇ ਇੱਕ ਆਰਥਿਕ ਬਰਾਬਰੀ ਦਾ ਜਿਹੜਾ ਸੰਘਰਸ਼ ਹੈ, ਉਹਦਾ ਆਧਾਰ ਜਿਹੜਾ ਆ ਉਹ ਇਹੀ ਸਿੱਖ ਵਿਚਾਰਧਾਰਾ, ਇਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਿਹੜੀ ਆ ਇਹਦਾ ਇਹੀ ਆਧਾਰ ਬਣੇਗੀ। ਦੂਜੀ ਗੱਲ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਪ੍ਰਕਰਨ ਹੈ ਜਿਹੜਾ 1699 ਨੂੰ 13 ਅਪ੍ਰੈਲ ਵਿਸਾਖੀ ਵਾਲਾ, ਉਹ ਜਿਹੜਾ ਪ੍ਰਕਰਨ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਦੇਸ਼ ਦੇ ਅੰਦਰ, ਜਿਹੜਾ ਜਿਹਨੂੰ ਆਪਾਂ ਖਾਲਸਾ ਦੀ ਸਿਰਜਣਾ ਕਹਿੰਦੇ ਆ, ਉਹ ਭਲਿਓ ਮਾਨਸੋ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਿਰ ਤੋਂ ਪਗੜੀ ਲਾਈ ਸੀ ਨਾ, ਧੂ ਕੇ ਖਿੱਚ ਕੇ ਜ਼ਬਰਦਸਤੀ ਜਿਹੜੀ ਪਗੜੀ ਗੁਰੂ ਰਵਿਦਾਸ ਦੇ ਸਿਰ ਤੋਂ ਲਾਈ, ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1699 ਨੂੰ ਉਹੀ ਪਗੜੀ ਚੱਕ ਕੇ ਸਾਡੇ ਸਿਰ ਦੇ ਉੱਤੇ ਰੱਖੀ ਗੁਰੂ ਗੋਬਿੰਦ ਸਿੰਘ ਨੇ। ਜਿਹੜੇ ਲੋਕ ਗੁਰੂ ਰਵਿਦਾਸ ਮਹਾਰਾਜ ਤੋਂ ਸਿੱਧੀ ਛਾਲ ਮਾਰਦੇ ਆ, ਏਡੀ ਛਾਲ ਤਾਂ ਮੇਰਾ ਖਿਆਲ ਕੋਈ ਬਾਜੀਗਰ ਵੀ ਨਹੀਂ ਮਾਰਦਾ ਜਿੱਡੀ ਛਾਲ ਅਸੀਂ ਮਾਰਦੇ ਆ।
ਤੇ ਗੁਰੂ ਰਵਿਦਾਸ ਤੋਂ ਬਾਅਦ ਅਸੀਂ ਸਿੱਧਾ ਜਾ ਕੇ ਛਾਲ ਮਾਰਦੇ ਹਾਂ, ਆਪਾਂ ਡਾਕਟਰ ਅੰਬੇਡਕਰ ਸਾਹਿਬ ਦੇ ਉੱਤੇ ਜਾ ਕੇ ਡਿੱਗਦੇ ਹਾਂ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਵਿਚਾਲੇ ਦਾ 500 ਸਾਲ ਦਾ ਇਤਿਹਾਸ ਹੈ, ਉਹਨੂੰ ਕਿਹੜੇ ਖਾਤੇ ਵਿੱਚ ਪਾਓਗੇ? ਉਹਨੂੰ ਕਿਹੜੇ ਖਾਤੇ ਦੇ ਵਿੱਚ ਪਾਓਗੇ? ਗੁਰੂ ਰਵਿਦਾਸ ਤੋਂ ਬਾਅਦ ਆਪਾਂ ਸਿੱਧੀ ਗੱਲ ਜਿਹੜੀ ਆ ਡਾਕਟਰ ਅੰਬੇਡਕਰ ਸਾਹਿਬ ਦੀ ਆਪਾਂ ਗੱਲ ਦੇ ਉੱਤੇ ਆ ਜੰਨੇ ਆ। ਇਹ ਇਨਸਾਫ ਨਹੀਂ ਹੈ ਇਤਿਹਾਸ ਦੇ ਨਾਲ। ਜਿਹੜੇ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਫਿਰ ਇਤਿਹਾਸ ਉਹਨਾਂ ਲੋਕਾਂ ਨੂੰ ਸਬਕ ਸਿਖਾਉਂਦਾ। ਇੱਕ ਗੱਲ ਯਾਦ ਰੱਖੋ ਇਸ ਗੱਲ ਨੂੰ। ਇਸ ਕਰਕੇ ਜਿਹੜੀ ਇਸ ਦੇਸ਼ ਦੇ ਅੰਦਰ ਜਿਹੜੀ ਕੁਰਬਾਨੀ, ਹੁਣ ਇਸ ਕਰਕੇ ਅਸੀਂ ਮਤਲਬ ਜਿਹੜਾ ਆ ਉਹ ਅਸੀਂ ਇਹ ਦੂਸਰਾ ਕਰ ਲਈਏ, ਅਸੀਂ ਵੀ ਆਪਣੇ ਸੁਭਾਅ ਦੇ ਵਿੱਚ ਲੈ ਆਈਏ ਵੀ ਜਿਹੜੇ ਲੋਕ ਗੁਰੂ ਰਵਿਦਾਸ ਨੂੰ ਭਗਤ ਕਹਿੰਦੇ ਆ, ਗੁਰੂ ਕਬੀਰ ਜੀ ਨੂੰ ਭਗਤ ਕਹਿੰਦੇ ਆ, ਸਤਿਗੁਰੂ ਨਾਮਦੇਵ ਨੂੰ ਭਗਤ ਕਹਿੰਦੇ ਆ, ਤੇ ਅਸੀਂ ਵੀ ਆਪਣੇ ਅੰਦਰ ਇਹ ਮਤਲਬ ਇਸ ਤਰ੍ਹਾਂ ਦੀ ਨਫ਼ਰਤ ਪਾਲ ਲਈਏ ਵੀ ਸਾਡੇ ਲਈ ਗੁਰੂ ਨਾਨਕ ਜੀ ਦੀ, ਗੁਰੂ ਅਰਜਨ ਦੇਵ ਜੀ ਦੀ 10 ਪਾਤਸ਼ਾਹੀਆਂ ਸਾਡੇ ਲਈ ਕੋਈ ਉਹਨਾਂ ਦੀ ਅਹਿਮੀਅਤ ਨਹੀਂ ਹੈ। ਇਹ ਅਸੀਂ ਉਹਨਾਂ ਲੋਕਾਂ ਦੇ ਮਗਰ ਆਪਾਂ ਲੱਗਾਂਗੇ? ਨਹੀਂ। ਸਾਡੇ ਲਈ ਜਿੰਨੇ ਸਤਿਕਾਰਯੋਗ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆ, ਕਬੀਰ ਸਾਹਿਬ ਹੈ, ਸਤਿਗੁਰੂ ਨਾਮਦੇਵ ਜੀ ਆ, ਸਾਡੇ ਲਈ ਉਨਾ ਹੀ ਸਤਿਕਾਰ ਜਿਹੜਾ ਆ ਉਹ 10 ਪਾਤਸ਼ਾਹੀਆਂ ਦਾ ਆ। ਜਿਹੜੀ ਕੁਰਬਾਨੀ ਇਸ ਦੇਸ਼ ਦੇ ਅੰਦਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜੀ ਕੁਰਬਾਨੀ, ਜਿਹੜਾ ਸਾਰਾ ਸਰਬੰਸ ਜਿਹੜਾ ਆ, ਜਿਹੜੀ ਖਾਲਸੇ ਦੀ ਸਿਰਜਣਾ ਆ, ਖਾਲਸੇ ਦੀ ਸਿਰਜਣਾ ਜਿਹੜੀ ਆ, ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣਵਾਦ ਦੇ ਲਈ ਇੱਕ ਏਡਾ ਵੱਡਾ ਮਤਲਬ ਜਿਹੜਾ ਗੱਡਾ ਖੋਦ ਦਿੱਤਾ ਸੀ। ਬ੍ਰਾਹਮਣਵਾਦ ਦੀ ਲਾਸ਼ ਵਿੱਚ ਸਿੱਟ ਕੇ ਨਾ ਸਿਰਫ ਉਹ ਉੱਪਰ ਮਿੱਟੀ ਪਾਣੀ ਰਹਿੰਦੀ ਸੀ। ਤੇ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਇਹ ਲੋਕ ਜਿਹੜੀਆਂ ਤਾਕਤਾਂ ਸੀਆਂ ਸਾਰੀਆਂ ਬ੍ਰਾਹਮਣਵਾਦੀ, ਉਹ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਹੱਥ ਧੋ ਕੇ ਪੈ ਗਈਆਂ ਕਿ ਇਕੱਲਾ ਗੁਰੂ ਗੋਬਿੰਦ ਸਿੰਘ ਨਹੀਂ, ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਦਾ ਬੱਚਾ ਉਹ ਤੁਸੀਂ ਕਦੇ ਉਹ ਮਤਲਬ ਜਿਹੜਾ ਅਨੁਭਵ ਕੀਤਾ ਵੀ ਜਦੋਂ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਜਦੋਂ ਸੂਬੇ ਸਰਹੰਦ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਉਹਨਾਂ ਨੂੰ ਚਿਣਿਆ ਗਿਆ, ਔਰ ਮਤਲਬ ਜਿਹੜੀ ਉਹਨਾਂ ਦੇ ਆਪਸ ਵਿੱਚ ਹੀ ਜਿਹੜਾ ਉੱਥੇ ਵਿਚਾਰ ਤਕਰਾਰ ਜਿਹੜਾ ਹੋਇਆ ਹੋਵੇਗਾ, ਜਿਹੜਾ ਸ਼ਬਦਾਂ ਦਾ ਆਨ ਪ੍ਰਦਾਨ ਹੋਇਆ ਹੋਵੇਗਾ, ਉਹ ਕੀ ਹੋਇਆ ਹੋਵੇਗਾ? ਕਦੇ ਕਿਸੇ ਨੇ ਅਨੁਭਵ ਕੀਤਾ? ਕਿਸੇ ਨੇ ਕਦੇ ਇਸ ਗੱਲ ਨੂੰ ਸੋਚਿਆ ਕਿ ਉਹਨਾਂ ਨੂੰ ਮਤਲਬ ਜਿਹੜਾ ਆ ਜੇ ਉੱਥੇ ਉਹ ਮਤਲਬ ਇਸ ਤਰ੍ਹਾਂ ਦਾ ਮਤਲਬ ਉਹ ਦਿਖਾਉਂਦੇ ਵੀ ਸਾਨੂੰ ਕੁਝ ਨਹੀਂ ਪਤਾ, ਅਸੀਂ ਤਾਂ ਨਿਆਣੇ ਆ, ਅਸੀਂ ਤਾਂ ਬੱਚੇ ਆ, ਸ਼ਾਇਦ ਉਹਨਾਂ ਨੂੰ ਮਤਲਬ ਜਿਹੜਾ ਆ ਕੋਈ ਪ੍ਰੋਬਲਮ ਨਹੀਂ ਸੀ। ਉਹ ਕਹਿੰਦੇ ਵੀ ਚਲੋ ਹਾਂ ਯਾਰ ਛੱਡੋ ਪਰ ਇਹਨਾਂ ਨੂੰ ਕੀ ਪਤਾ ਹੈ, ਇਹਨਾਂ ਨੂੰ ਕੀ ਪਤਾ ਕਿਸੇ ਗੱਲ ਦਾ, ਇਹ ਛੱਡੋ ਇਹਨਾਂ ਨੂੰ। ਉਹ ਜਦੋਂ ਕਿਉਂ ਕਿਹਾ ਗਿਆ? ਸੁਚਾਨੰਦ ਨੇ ਕਿਉਂ ਕਿਹਾ ਸੀਗਾ ਭਈ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਜੇ ਸੱਪ ਦੇ ਬੱਚੇ ਜਿਹੜੇ ਆ ਉਹ ਸੱਪ ਦੇ ਸਪੋਲੀਏ ਜਿਹੜੇ ਆ ਉਹਨਾਂ ਨੂੰ ਤੁਸੀਂ ਦੁੱਧ ਪਿਲਾਓਗੇ ਤਾਂ ਉਹ ਨਹੀਂ ਸੱਪੇ ਬਣਨਾ ਕੱਲ ਨੂੰ। ਕਿਉਂ ਕਿਹਾ? ਕਿਉਂਕਿ ਜਿਹੜਾ ਉਹਨਾਂ ਨੇ ਰੂਪ ਉੱਥੇ ਦੇਖਿਆ ਸੂਬੇ ਸਰਹੰਦ ਦੀ ਕਚਹਿਰੀ ਵਿੱਚ, ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਜਿਹੜਾ ਜਲਾਲ, ਜਿਹੜਾ ਉਹਨਾਂ ਦੇ ਮਤਲਬ ਮੂੰਹਾਂ ਦੇ ਵਿੱਚੋਂ ਜਿਹੜਾ ਕਿਰ ਰਿਹਾ, ਮਤਲਬ ਇੱਕ ਇੱਕ ਸ਼ਬਦ ਜਿਸ ਵੇਲੇ ਉਹਨਾਂ ਨੇ ਦੇਖਿਆ, ਕਹਿੰਦੇ ਹੈ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਪਿੱਟਦੇ ਆ, ਇਹ ਆਫਤਾਂ ਜਿਹੜੀਆਂ ਇਹਨਾਂ ਦਾ ਕੀ ਕਰਾਂਗੇ ਆਪਾਂ? ਇਸ ਕਰਕੇ ਮਤਲਬ ਉਹਨਾਂ ਨੇ ਇਹ ਸੋਚਿਆ ਵੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਇੱਕ ਵੀ ਬੱਚਾ ਜਿਹੜਾ ਆ ਉਹ ਜਿੰਦਾ ਨਹੀਂ ਰਹਿਣਾ ਚਾਹੀਦਾ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ, ਹਾਲਾਂਕਿ ਮਿਸਟਰ ਮੈਕਾਲਫ ਅੰਗਰੇਜ਼ ਸੀ, ਨਾਭਾ ਜ਼ਿਲ੍ਹਾ ਹੁੰਦਾ ਸੀ ਆਜ਼ਾਦੀ, ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਪੰਜਾਬ ਦਾ, ਨਾਭੇ ਦਾ ਡਿਪਟੀ ਕਮਿਸ਼ਨਰ ਸੀ। ਉਹਦੀ ਰੁਚੀ ਹੋ ਗਈ ਸਿੱਖ ਧਰਮ ਦੇ ਵਿੱਚ, ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਗੁਰਬਾਣੀ ਪੜ੍ਹੀ, ਉਹਨੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਚਰਿੱਤਰ ਪੜ੍ਹਿਆ, ਔਰ ਉਹ ਤੋਂ ਬਾਅਦ ਉਹਨਾਂ ਨੇ ਉਹ ਅੰਮ੍ਰਿਤ ਛਕਿਆ, ਉਹਨੇ ਅੰਗਰੇਜ਼ ਨੇ, DC ਨੇ ਅੰਮ੍ਰਿਤ ਛਕਿਆ, ਅੰਮ੍ਰਿਤਧਾਰੀ ਸਿੱਖ ਬਣਿਆ। ਫਿਰ ਉਹਨੇ ਸਿੱਖ ਹਿਸਟਰੀ ਜਿਹੜੀ ਆ ਕਿਤਾਬ ਵੀ ਲਿਖੀ ਆ, ਉਹਨੇ ਮਤਲਬ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਅਗਰ ਗੁਰੂ ਗੋਬਿੰਦ ਸਿੰਘ ਯੂਰਪ ਵਿੱਚ ਪੈਦਾ ਹੁੰਦਾ ਤਾਂ ਅੱਜ ਸਿੱਖੀਜ਼ਮ ਪੂਰੀ ਦੁਨੀਆ ਦੇ ਵਿੱਚ ਹੁੰਦਾ। ਸਾਡੇ ਮੁਲਕ ਦੇ ਅੰਦਰ ਕੀ ਗੱਲ ਹੈ? ਕਿਉਂਕਿ ਇੱਥੇ ਸਭ ਤੋਂ ਵੱਡੀ ਜਿਹੜੀ ਭੈੜੀ ਬਿਮਾਰੀ ਆ ਉਹ ਜਾਤ ਪਾਤ ਹੈ। ਜਾਤ ਪਾਤ ਤੋਂ ਭੈੜੀ ਜਿਹੜੀ ਆ ਬਿਮਾਰੀ ਇਸ ਦੇਸ਼ ਅੰਦਰ ਹੋਰ ਕੋਈ ਬਿਮਾਰੀ ਨਹੀਂ ਹੈ। ਔਰ ਸਾਰਾ ਕੁਝ ਜਿਹੜਾ ਆ ਇਸ ਦੇਸ਼ ਦੇ ਅੰਦਰ, ਚਾਹੇ ਕੋਈ ਛਲ ਹੈ, ਚਾਹੇ ਕਪਟ ਆ, ਕੋਈ ਚਾਹੇ ਬਲਾਤਕਾਰ ਹੈ, ਚਾਹੇ ਕੋਈ ਇਸ ਦੇਸ਼ ਦੇ ਅੰਦਰ ਕੋਈ ਮਤਲਬ ਜਿਹੜੀ ਆ ਭ੍ਰਿਸ਼ਟਾਚਾਰ ਹੈ, ਜਾਂ ਇਸ ਦੇਸ਼ ਦੇ ਅੰਦਰ ਰਾਜਨੀਤਿਕ ਹੱਤਿਆਵਾਂ ਹੁੰਦੀਆਂ, ਸਾਰੇ ਦਾ ਸਾਰੀ ਜਿਹੜੀ ਜੜ ਜਿਹੜੀ ਆ ਉਹ ਜਾਤੀ ਪਾਤੀ ਪ੍ਰਬੰਧ ਦੇ ਵਿੱਚ ਹੈ। ਜਾਤੀ ਪਾਤੀ ਪ੍ਰਬੰਧ ਦੇ ਵਿੱਚ ਹੈ, ਹਿੰਦੂ ਧਰਮ ਦੇ ਉਹਨਾਂ ਗ੍ਰੰਥਾਂ ਦੇ ਵਿੱਚ ਹੈ, ਜਿਹਦੇ ਬਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਉਹਨਾਂ ਨੇ ਜਿਹੜਾ ਉਹ ਕਿਤਾਬ ਕਾਸਟ, ਜਿਹੜਾ ਬੀਜ ਨਾ ਕਿਤਾਬ ਦਾ ਐਨਹੀਲੇਸ਼ਨ ਆਫ ਕਾਸਟ ਨਾਂ ਦੀ ਜਿਹੜੀ ਕਿਤਾਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲਿਖਿਆ ਕਿ ਜਿਹੜੇ ਇਹ ਵੇਦ ਹੈ, ਜਿਹੜੇ ਗ੍ਰੰਥ ਹੈ, ਜਿਹੜੇ ਇਹ ਪੁਰਾਣ ਹੈ,
ਮਤਲਬ ਜਿਨ੍ਹਾਂ ਦੇ ਵਿੱਚ ਵਿਤਕਰੇ ਭਰੇ ਜਿਹੜੇ ਇਨਸਾਨਾਂ ਦੇ ਲਈ ਜਿਹੜੇ ਵਿੱਚ ਲਿਖੇ ਹੋਏ ਆ, ਜਿਹਨਾਂ 'ਚ ਪਾਬੰਦੀਆਂ ਲਾਈਆਂ ਹੋਈਆਂ, ਇਹਨਾਂ ਗ੍ਰੰਥਾਂ ਨੂੰ ਬੜਾ ਕੋਈ ਵੱਡਾ ਗੱਡਾ ਖੋਦ ਕੇ ਉਹਦੇ ਵਿੱਚ ਸਿੱਟ ਕੇ ਇਹਨੂੰ ਦਫਨ ਕਰਨਾ ਚਾਹੀਦਾ ਆ। ਇਹ ਬਾਬਾ ਸਾਹਿਬ ਅੰਬੇਡਕਰ ਨੇ ਕਿਤਾਬ ਦੇ ਵਿੱਚ, ਆਪਣੇ ਵਿੱਚ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ। ਔਰ ਇਸੇ ਕਰਕੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸੇ ਦੀ ਸਿਰਜਣਾ ਜਿਹਨੂੰ ਆਪਾਂ ਕਹਿੰਦੇ ਆ ਨਾ, ਉਹ ਬ੍ਰਾਹਮਣਵਾਦ ਦੀ ਕਬਰ ਸੀ, ਉਹਨਾਂ ਨੇ ਕੱਢੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਔਰ ਜੇ ਗੁਰੂ ਗੋਬਿੰਦ ਸਿੰਘ ਜੀ 10 ਸਾਲ ਉਹਨਾਂ ਨੂੰ ਜ਼ਿੰਦਗੀ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਇਹ ਪੂਰੇ ਏਸ਼ੀਆ ਦੇ ਵਿੱਚ ਜਿਹੜਾ ਸੀ ਅੱਜ ਜਿਹੜੀ ਤਕਲੀਫ ਹੋ ਰਹੀ ਹੈ ਨਾ, ਵੀ ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਜਿਹੜਾ ਆ ਉਹ ਚਲਾ ਦਿੱਤਾ ਗਿਆ। ਸੋ ਇਸ ਕਰਕੇ ਮੈਂ ਇਹ ਸਮਝਦਾ ਵੀ ਜਿਹੜਾ ਇਸ ਦੇਸ਼ ਦੇ ਅੰਦਰ ਅੱਜ ਜਿਹੜੀ ਇਹ ਕਹਾਣੀ ਜਿਹੜੀ ਆ ਉਹ ਇਸ ਦੇਸ਼ ਦੇ ਅੰਦਰ ਜਿਹੜੀ ਚੱਲ ਰਹੀ ਆ, ਵੀ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਉਹ ਸਿਰ ਤੋਂ ਨੰਗੇ ਸੀ ਜਾਂ ਉਹਨਾਂ ਦੇ ਸਿਰ ਦੇ ਉੱਤੇ ਪਗੜੀ ਸੀ, ਮੈਂ ਇਹ ਕਹਿਣਾ ਚਾਹਨਾ ਕਿ ਗੁਰੂ ਰਵਿਦਾਸ ਮਹਾਰਾਜ ਦੇ ਸਿਰ ਤੋਂ ਪਗੜੀ ਜਿਹੜੀ ਆ ਉਹ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਪਗੜੀ ਸਿਰ ਤੋਂ ਲਾਈ ਗਈ ਆ, ਉਹਨਾਂ ਨੂੰ ਸਿਰ ਤੋਂ ਨੰਗਿਆ ਰੱਖਿਆ ਗਿਆ। ਔਰ ਇਸ ਕਰਕੇ ਭਈ ਜੇ ਗੁਰੂ ਰਵਿਦਾਸ ਦੇ ਸਿਰ ਤੇ ਪਗੜੀ ਰਹੇਗੀ ਤਾਂ ਜਿਹੜਾ ਪਗੜੀ ਵਾਲਾ ਪੰਥ ਹੈ ਉਹ ਗੁਰੂ ਰਵਿਦਾਸ ਤੋਂ ਸ਼ੁਰੂ ਹੋਏਗਾ। ਤਾਂ ਇਹ ਕਿਉਂਕਿ ਚਮਾਰ ਬਰਾਦਰੀ ਜਿਹੜੀ ਆ ਇਹ ਪੂਰੇ ਦੇਸ਼ ਦੇ ਵਿੱਚ ਜਿਹੜੇ ਆ ਇਹ ਚਮਾਰ ਕੌਮ ਫੈਲੀ ਹੋਈ ਆ, ਤਾਂ ਇਸ ਕਰਕੇ ਇਹ ਲੋਕ ਜਿਹੜੇ ਆ ਸਾਰੇ ਪਗੜੀਧਾਰੀ ਹੋ ਜਾਣਗੇ। ਸੋ ਇਸ ਕਰਕੇ ਮਤਲਬ ਪਰ ਜਿਹੜਾ ਮਤਲਬ ਇਤਿਹਾਸ ਨੇ ਜਿਹੜਾ ਮੁੜ ਕੇ ਦੁਹਰਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਤੋਂ ਲਾਹੀ ਗਈ ਜਿਹੜੀ ਪਗੜੀ ਸੀ, ਉਹ ਜਿਹੜੀ ਖਾਲਸੇ ਦੀ ਸਿਰਜਣਾ ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਡੇ ਸਿਰ ਦੇ ਉੱਤੇ ਪਗੜੀ ਰੱਖੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਜਿਹੜੀ ਪਗੜੀ ਬ੍ਰਾਹਮਣਵਾਦ ਨੇ ਗੁਰੂ ਰਵਿਦਾਸ ਦੇ ਸਿਰ ਤੋਂ ਲਾਈ ਸੀ, ਅਸੀਂ ਭੁੱਲਦੇ ਹਾਂ। ਔਰ ਕਿਉਂਕਿ ਇਹ ਜਿਹੜੀ ਖਾਲਸੇ ਦੀ ਸਿਰਜਣਾ ਆ ਇਹ ਵੀ ਉਹੀ ਚੀਜ਼ ਆ ਕਿ ਜਿਹੜੇ ਤੁਹਾਡੇ ਮੌਲਿਕ ਅਧਿਕਾਰ ਸੀ, ਤੁਸੀਂ ਕੱਪੜਾ ਨਹੀਂ ਪਾ ਸਕਦੇ, ਤੁਸੀਂ ਸੱਚੀ ਸੁੱਚੀ ਕੋਈ ਚੀਜ਼ ਨਹੀਂ ਖਾ ਸਕਦੇ, ਤੁਸੀਂ ਰੱਬ ਦਾ ਨਾਂ ਨਹੀਂ ਲੈ ਸਕਦੇ, ਤੁਸੀਂ ਰੱਬ ਦੀ ਕੀਰਤੀ ਨਹੀਂ ਕਰ ਸਕਦੇ, ਕੀਰਤਨ ਨਹੀਂ ਕਰ ਸਕਦੇ, ਤੁਸੀਂ ਜ਼ਮੀਨ ਦੇ ਮਾਲਕ ਨਹੀਂ ਹੋ ਸਕਦੇ, ਤੁਸੀਂ ਕੋਈ ਚੰਗਾ ਕੱਪੜਾ ਨਹੀਂ ਪਾ ਸਕਦੇ, ਤੁਸੀਂ ਸਿਰ ਤੇ ਕਲਗੀ ਨਹੀਂ ਲਾ ਸਕਦੇ, ਤੁਸੀਂ ਘੋੜਿਆਂ ਨਹੀਂ ਚੜ੍ਹ ਸਕਦੇ, ਤੁਸੀਂ ਘੋੜੇ ਦੀ ਕਾਠੀ ਤੇ ਨਹੀਂ ਬੈਠ ਸਕਦੇ, ਤੁਸੀਂ ਜ਼ਮੀਨ ਦੇ ਮਾਲਕ ਨਹੀਂ ਹੋ ਸਕਦੇ, ਤੁਸੀਂ ਪੜ੍ਹ ਨਹੀਂ ਸਕਦੇ, ਤੁਸੀਂ ਰੱਬ ਦਾ ਨਾਂ ਨਹੀਂ ਲੈ ਸਕਦੇ। ਇਹੀ ਤਾਂ ਇਨਕਲਾਬ ਸੀ, ਜਿਹੜਾ ਸਿੱਖ ਇਨਕਲਾਬ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਗੁਲਾਮੀ ਦੀਆਂ ਬੇੜੀਆਂ ਤੋੜੀਆਂ। ਇਹੀ ਤਾਂ ਇਨਕਲਾਬ ਸੀ, ਇਹੀ ਤਾਂ ਸਮਾਜਿਕ ਪਰਿਵਰਤਨ ਸੀ। ਕਿਉਂਕਿ ਬ੍ਰਾਹਮਣਵਾਦ ਲਈ, ਹਿੰਦੂਵਾਦ ਦੇ ਲਈ, ਮਨੂਵਾਦ ਲਈ 3 ਮਹਾਪੁਰਸ਼ ਇਸ ਦੇਸ਼ ਦੇ ਵਿੱਚ ਚੈਲੰਜ ਬਣੇ ਆ। 3 ਮਹਾਪੁਰਸ਼, ਇੱਕ ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਬ੍ਰਾਹਮਣਵਾਦ ਦੇ ਲਈ, ਹਿੰਦੂਵਾਦ ਲਈ ਚੈਲੰਜ ਬਣੇ ਆ। ਦੂਸਰੇ ਮਹਾਪੁਰਸ਼ ਕੌਣ ਹੋਏ ਆ ਜਿਹੜੇ ਚੈਲੰਜ ਹੋਏ, ਜਿਹੜੇ ਬਣੇ ਆ ਬ੍ਰਾਹਮਣਵਾਦ ਲਈ? ਉਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ। ਤੀਜੇ ਮਹਾਪੁਰਸ਼ ਕੌਣ ਹੋਏ ਆ ਹਿੰਦੂਵਾਦ ਲਈ ਚੈਲੰਜ? ਗੁਰੂ ਗੋਬਿੰਦ ਸਿੰਘ ਜੀ। ਚੌਥੇ ਦੂਸਰਾ ਹਿੰਦੂਵਾਦ ਲਈ ਚੈਲੰਜ ਕੌਣ ਬਣੇ ਆ? ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਣੇ ਆ। ਪੰਜਵੇਂ ਕੌਣ ਬਣੇ ਆ ਹਿੰਦੂਵਾਦ ਲਈ ਚੈਲੰਜ? ਉਹ ਸਾਹਿਬ ਕਾਂਚੀ ਰਾਮ ਬਣੇ ਆ। ਔਰ ਇਹਨਾਂ ਪੰਜਾਂ ਦਾ ਹਸ਼ਰ ਕੀ ਹੋਇਆ? ਆਖਰ ਦੇ ਵਿੱਚ ਬ੍ਰਾਹਮਣਵਾਦ ਦੇ ਉਹ ਸ਼ਾਮ ਦਾਮ ਦੰਡ ਭੇਦ ਦੇ ਸ਼ਿਕਾਰ ਹੋਏ, ਛਲ ਕਪਟ ਦੇ ਸ਼ਿਕਾਰ ਹੋਏ, ਹੱਤਿਆਵਾਂ ਹੋਈਆਂ ਉਹਨਾਂ ਦੀਆਂ। ਇਹ ਆ ਮਹਾਪੁਰਸ਼ ਜਿਹੜੇ ਬ੍ਰਾਹਮਣਵਾਦ ਲਈ, ਹਿੰਦੂਵਾਦ ਦੇ ਲਈ ਇਸ ਦੇਸ਼ ਦੇ ਵਿੱਚ ਚੈਲੰਜ ਬਣਿਆ। ਮੈਂ ਸਾਰੇ 85% ਲੋਕਾਂ ਨੂੰ, ਮੈਂ ਖਾਸ ਕਰਕੇ ਗੁਰੂ ਰਵਿਦਾਸ ਨਾਮ ਲੇਵਾ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹਨਾ, ਭਈ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਭਈ ਅਸੀਂ ਸਰਾਪੇ ਹੋਏ ਲੋਕ ਹੈ, ਸਾਡੇ ਸਿਰਾਂ ਦੇ ਉੱਤੇ ਸਰਾਪ ਹੈ। ਅਸੀਂ ਜਿਹੜੇ ਆ ਸਾਨੂੰ ਬਦਦੁਆ ਲੱਗੀ ਹੋਈ ਆ, ਕੱਲੇ ਸਾਨੂੰ ਨਹੀਂ, ਇਹਨਾਂ ਸਾਰੇ 85% ਲੋਕਾਂ ਨੂੰ ਅਸੀਂ ਬਦਦੁਆ ਦੇ ਸ਼ਿਕਾਰ ਹੋ ਚੁੱਕੇ ਹਾਂ, ਅਸੀਂ ਸਰਾਪੇ ਗਏ ਹਾਂ ਅਸੀਂ ਲੋਕ। ਔਰ ਉਹ ਸ਼ਰਾਪ ਜਿਹੜੇ ਆ ਉਹ ਭੁਗਤਣੇ ਪੈਂਦੇ ਆ। ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਤਲਬ ਸੀਗਾ 10-15 ਸਾਲ, ਜਿਹੜਾ ਜਿਹਨੂੰ ਆਪਾਂ ਖਾੜਕੂਵਾਦ ਦੀ ਲਹਿਰ ਕਹਿੰਦੇ ਆ, ਮੈਂ ਉਹਨੂੰ, ਉਸ ਲਹਿਰ ਨੂੰ, ਉਸ ਪ੍ਰਕਰਨ ਨੂੰ, ਸਾਰੇ ਨੂੰ ਮੈਂ ਸ਼ਰਾਪ ਸਮਝਦਾ ਆ। ਕਿਉਂਕਿ ਬਖਸ਼ਿਆ ਨਹੀਂ ਜਾਂਦਾ ਕੋਈ ਵੀ। ਜਦੋਂ ਕਿਸੇ ਵੀ ਤੁਸੀਂ ਸੋਚ ਦੇ ਨਾਲ, ਕਿਸੇ ਵਿਚਾਰਧਾਰਾ ਦੇ ਨਾਲ, ਕਿਸੇ ਦੀ ਮਤਲਬ ਕਰਨੀ ਦੇ ਨਾਲ, ਕਿਸੇ ਦੀ ਕਮਾਈ ਦੇ ਨਾਲ, ਚਿੰਤਨ ਨਾਲ ਜਿਸ ਵੇਲੇ ਤੁਸੀਂ ਖਿਲਵਾੜ ਕਰਦੇ ਆ, ਜਿਸ ਵੇਲੇ ਇਨਸਾਨ ਗਲਤ ਦਿਸ਼ਾ ਦੇ ਵਿੱਚ ਗੱਡੀ ਲੈ ਕੇ ਜਾਏਗਾ, ਅਗਰ ਲਾਹ ਕੇ ਰੋਡ ਤੋਂ ਮਤਲਬ ਉਹ ਖਤਾਨਾਂ ਦੀ ਵੱਲ ਨੂੰ ਗੱਡੀ ਲੈ ਕੇ ਜਾਏਗਾ ਤਾਂ ਗੱਡੀ ਪਲਟੇਗੀ।
ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਸਾਨੂੰ ਸਾਰਿਆਂ ਨੂੰ ਅੱਜ ਤੁਸੀਂ ਦੇਖ ਰਹੇ ਆ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੱਜ ਬੈਠੇ ਆ ਲੋਕ ਜਿਹੜੇ ਆ ਕਹਿੰਦੇ ਵੀ ਮਤਲਬ ਜਿਹੜਾ ਆ ਇੱਕ ਖੇਤੀ ਦੇ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਜਿਹੜਾ ਆ ਰੱਦ ਕਰੋ। ਪਰ ਮੈਂ ਕਹਿਣਾ ਚਾਹੁੰਦਾ ਆ ਕਿ ਜੇ ਸਾਨੂੰ ਸਮਝ ਹੋਵੇ ਤਾਂ ਸਾਨੂੰ ਮੰਗਣ ਦੀ ਲੋੜ ਨਹੀਂ ਹੈ, ਸਾਨੂੰ ਮੰਗਤੇ ਬਣਨ ਦੀ ਲੋੜ ਨਹੀਂ ਹੈ, ਸਾਨੂੰ ਉਹਨਾਂ ਦੇ ਮਗਰੇ ਹੱਥ ਜਿਹੜੇ ਆ ਅੱਡਣ ਦੀ ਲੋੜ ਨਹੀਂ ਹੈ। ਇਹ ਡੈਮੋਕ੍ਰੇਸੀ ਆ, ਇਹ ਲੋਕ ਰਾਜ ਹੈ, ਇਹ ਲੋਕ ਰਾਜ ਹੈ। ਤੇ ਜੇ ਇਹ ਅੰਦੋਲਨ ਹੈ, ਜੇ ਇਹਦੇ ਵਿੱਚ ਆਪਾਂ ਅੱਗੇ ਲੀਡਰ ਜਿਹੜੇ ਲੱਗੇ ਹੋਏ ਆ ਔਰ 100 ਦਿਨ ਦੇ ਕਰੀਬ ਹੋ ਗਿਆ, ਔਰ ਜੇ ਸਾਡੀ ਕੋਈ ਮਾਂ ਭੈਣ ਨੂੰ ਕਿਤੇ ਥਾਣੇ ਤਹਿਸੀਲੇ ਜਾਣਾ ਪੈ ਜਾਏ ਤਾਂ ਅਸੀਂ ਉਹਦੇ ਵਿੱਚ ਬੜੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਆ ਵੀ ਯਾਰ ਸਾਡੀ ਇਹ 'ਚ ਇਨਸਲਟ ਹੈ, ਸਾਡੀ ਧੀ ਭੈਣ ਬਹੂ ਬੇਟੀ ਜਿਹੜੀ ਆ ਉਹਨੂੰ ਥਾਣੇ ਜਾਣਾ ਪਿਆ, ਉਹਨੂੰ ਕਚਹਿਰੀ ਜਾਣਾ ਪਿਆ। ਔਰ ਸਾਡੀਆਂ ਬਹੂ ਬੇਟੀਆਂ ਜਿਹੜੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਹੜੀਆਂ ਦਿੱਲੀ ਦੇ ਬਰੂਹਾਂ ਦੇ ਉੱਤੇ ਜਿਹੜੇ ਉੱਥੇ ਮਤਲਬ ਨਾ ਕੋਈ ਉਹਨਾਂ ਦੇ ਇਸ਼ਨਾਨ ਕਰਨ ਦਾ, ਨਾ ਉਹਨਾਂ ਦੇ ਕੋਈ ਜੱਗਲ ਪਾਣੀ ਜਾਣ ਦਾ ਕੋਈ ਜਿਹੜਾ ਪ੍ਰੋਪਰ ਜਿਹੜਾ ਪ੍ਰਬੰਧ ਆ, ਤੇ ਇਹ ਸਾਡੀ ਇਹ ਸ਼ਾਨ ਹੈ। ਇਹਦੇ ਵਿੱਚ ਜੇ ਥਾਣੇ ਕਚਹਿਰੀ ਮਤਲਬ ਔਰਤ ਜਾਂਦੀ ਆ ਤੇ ਉਹਦੇ ਲਈ ਤਾਂ ਅਸੀਂ ਆਪਣੀ ਬੇਇੱਜ਼ਤੀ ਸਮਝਦੇ ਆ, ਤੇ ਜਿਹੜੀਆਂ ਸਾਡੀਆਂ ਭੈਣਾਂ ਉੱਥੇ ਬੈਠੀਆਂ ਮਾਵਾਂ ਬੈਠੀਆਂ ਜਾਂ ਉਹਦੇ ਵਿੱਚ ਆਪਾਂ ਸ਼ਾਨ ਸਮਝਦੇ ਆ। ਮੈਂ ਕਹਿੰਦਾ ਇਹ ਤੋਂ ਵੱਡੀ ਲਾਹਨਤ ਕੋਈ ਨਹੀਂ ਸਾਡੇ ਲਈ, ਇਹ ਤੋਂ ਵੱਡੀ ਸਾਡੇ ਲਾਹਨਤ ਕੋਈ ਨਹੀਂ ਹੈ। ਔਰ ਜਿਹੜੇ ਅਸੀਂ ਆਪਣੇ ਆਪ ਨੂੰ ਐਡੇ ਵੱਡੇ ਸਿੱਖ ਇਨਕਲਾਬੀ ਆਪਣੇ ਆਪ ਨੂੰ ਫਲਾਣੇ ਇਨਕਲਾਬੀ ਆਪਾਂ ਕਹਿੰਦੇ ਆ ਕਹਾਵੇ ਆ, ਤਾਂ ਬੀਬੀਆਂ ਨੂੰ ਮੋਹਰੇ ਕਰਕੇ ਆਪਾਂ ਜਿਹੜਾ ਸੰਘਰਸ਼ ਜਿੱਤਣੇ ਦੇ ਸੰਘਰਸ਼ ਲੜਦੇ ਆ। ਯਾਰ ਇੱਕ ਪਾਸੇ ਤੁਸੀਂ ਗੱਲਾਂ ਕਰਦੇ ਆ ਵੀ ਅਸੀਂ ਸਵਾ ਲੱਖ ਨਾਲ ਲੜਨ ਵਾਲੇ, ਅਸੀਂ ਭਗਤ ਸਿੰਘ ਦੇ ਫਲਾਣੇ, ਅਸੀਂ ਧਮਕਾਨੇ ਜਿਹੜੇ ਆ। ਜੇ 200-250 ਬੰਦਾ ਮਰਿਆ ਤੇ ਜੇ ਮਤਲਬ ਉੱਥੇ ਬੈਠਣ ਦੀ ਬਜਾਏ ਜੇ ਸਿੱਧਾ ਹੀ ਮਤਲਬ ਜਿਹੜਾ ਆ ਉਹ ਰੂਟ ਬਣਾਇਆ ਜਾਂਦਾ ਵੀ ਅਸੀਂ ਤਾਂ ਜਾ ਕੇ ਜਿਹੜਾ ਲਾਲ ਕਿਲੇ ਦੇ ਉੱਤੇ ਪਾਰਲੀਮੈਂਟ ਦੇ ਉੱਤੇ ਜਾ ਕੇ ਆਪਾਂ ਬੈਠਾਂਗੇ, ਸਾਲਾ 24 ਘੰਟਿਆਂ ਵਿੱਚ ਹੱਲ ਨਿਕਲਦਾ ਸੀ। ਜੇ ਗੋਲੀਬਾਰੀ ਵੀ ਮਤਲਬ ਕਰਦੇ ਉਹ ਤਾਂ ਕਿੰਨੇ ਮਰ ਜਾਂਦੇ? 50 ਮਰ ਜਾਂਦੇ, 100 ਮਰ ਜਾਂਦੇ, 200 ਮਰ ਜਾਂਦੇ, 250 ਮਰ ਜਾਂਦੇ। ਤੇ ਫਿਰ ਇਹੋ ਜਿਹੀ ਜ਼ਿੰਦਗੀ ਦੇ ਖੂਣੋਂ ਜੀਣ ਦੇ ਖੂਣੋਂ ਗੱਡਾ ਵੀ ਕੀ ਖੜਾ ਆ। ਇੱਕ ਪਾਸੇ ਅਸੀਂ ਮਰਨ ਤੋਂ ਵੀ ਡਰਦੇ ਆ, ਉੱਦਾਂ ਅਸੀਂ ਮਤਲਬ ਉੱਥੇ ਹਾਰਟ ਅਟੈਕ ਹੋ ਕੇ ਮਰ ਕੇ ਆ ਸਕਦੇ ਆ। ਉੱਥੇ ਅਸੀਂ ਹੋਰ ਮਤਲਬ ਜਿਹੜੇ ਆ ਬਿਮਾਰੀਆਂ ਨਾਲ ਅਸੀਂ ਦੂਸਰੇ ਨਾਲ ਮਰ ਕੇ ਆ ਸਕਦੇ ਆ, ਲੇਕਿਨ ਅਸੀਂ ਮਤਲਬ ਜਿਹੜਾ ਆ ਕੋਈ ਜਿਹੜਾ ਐਕਸ਼ਨ ਹੈ ਜਿਹੜਾ ਉਹ ਨਹੀਂ ਅਸੀਂ ਕਰ ਸਕਦੇ, ਅਸੀਂ ਦੇ ਸਕਦੇ, ਪ੍ਰੋਗਰਾਮ ਦੇ ਸਕਦੇ। ਔਰ ਇਸ ਕਰਕੇ ਮੈਂ ਅੱਜ ਇਹ ਦਾਅਵੇ ਨਾਲ ਕਹਿ ਸਕਦਾ ਕਿ ਅਗਰ ਇਸ ਦੇਸ਼ ਦੇ ਅੰਦਰ ਜਿੱਦਾਂ ਬਾਣੀ ਦੇ ਵਿੱਚੋਂ ਇੱਕ ਮਤਲਬ ਜਿਹੜੀ ਟੂਕ ਆਉਂਦੀ ਆ ਕਿ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਮਤਲਬ ਇਹਦਾ ਸਿੱਧਾ ਮਤਲਬ ਮੈਂ ਸਮਝਦਾ ਵੀ ਜਿੱਦਾਂ ਮਤਲਬ ਮੈਂ ਜਿੱਦਾਂ ਕੋਈ ਇਨਸਾਨ ਹੋਵੇ ਤੇ ਸਮਾਂ ਨਾ ਹੋਵੇ, ਜਦੋਂ ਸਮਾਂ ਹੋਵੇ ਤਾਂ ਉਹ ਇਨਸਾਨ ਨਾ ਹੋਵੇ। ਮੈਂ ਅੱਜ ਇਹ ਮਹਿਸੂਸ ਕਰਦਾ ਕਿ ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗਾ ਕੋਈ ਮਰਦ ਯੋਧਾ ਹੁੰਦਾ ਅੱਜ ਇਸ ਦੇਸ਼ ਦੇ ਅੰਦਰ, ਜੇ 24 ਘੰਟਿਆਂ ਦੇ ਵਿੱਚ ਜੇ ਬ੍ਰਾਹਮਣਵਾਦ ਦੀ ਜਿਹੜੀਆਂ ਮਤਲਬ ਜਿਹੜੀਆਂ ਧੋਤੀਆਂ ਖੁੱਲ੍ਹ ਕੇ ਜਿਹੜੀਆਂ ਗਲਾਂ 'ਚ ਨਾ ਚਲੇ ਜਾਂਦੀਆਂ, ਜੇ ਅੱਜ ਸਾਹਿਬ ਘਨਸ਼ੀ ਰਾਮ ਵਰਗਾ ਨੇਤਾ ਹੁੰਦਾ ਇਸ ਦੇਸ਼ ਦੇ ਅੰਦਰ 85% ਸਮਾਜ ਦਾ, ਬਹੁਜਨ ਸਮਾਜ ਦਾ, ਤਾਂ ਜੇ ਇਹਦੇ ਪੈਰਾਂ ਤੋਂ ਮਤਲਬ ਪੈਰ ਦੀ ਧਮਕ ਤੋਂ ਜਿਨ੍ਹਾਂ ਤੋਂ ਦਿੱਲੀ ਕੰਬਦੀ ਸੀ, ਔਰ ਸੰਤ ਜਰਨੈਲ ਸਿੰਘ ਦੇ ਬੋਲਾਂ ਤੋਂ ਜਿਹਦੇ ਬੋਲਾਂ ਤੋਂ ਦਿੱਲੀ ਨੂੰ ਕੰਬਣੀ ਛੱਡਦੀ ਸੀ, ਕੀ ਕੱਢ ਲਿਆ ਹਕੂਮਤ ਨੇ? ਇੱਕ ਧਾਰਮਿਕ ਸਥਾਨ ਦੇ ਉੱਤੇ ਟੈਂਕ ਚਾੜ ਕੇ ਔਰ ਮਤਲਬ ਫੌਜਾਂ ਦੇ ਨਾਲ ਉੱਥੇ ਜਿਹੜਾ ਹਮਲਾ ਕਰਕੇ ਬੰਬ ਮਾਰ ਕੇ ਔਰ ਉੱਥੇ ਜੇ 500-400 ਲੋਕਾਂ ਨੂੰ ਮਾਰ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਔਰ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰਕੇ, ਕੀ ਇਹ ਕੋਈ ਬਹੁਤ ਵੱਡੀ ਬਹਾਦਰੀ ਵਾਲੀ ਗੱਲ ਹੈ? ਔਰ ਮੈਂ ਸਮਝਦਾ ਕਿ ਇਹ ਜਿਹੜੇ ਜਿੱਤ ਆ ਜਿਹੜੀ ਇਹ ਸਭ ਤੋਂ ਵੱਡੀ, ਕਿਉਂਕਿ ਅੱਜ ਬਹੁਤ ਸਾਰੇ ਸਵਾਲ ਹੁੰਦੇ ਆ ਵੀ ਭਿੰਡਰਾਂ ਵਾਲਾ ਨੇ ਆਹ ਗਲਤ ਕੀਤਾ, ਉਹ ਆਹ ਮਾੜਾ ਸੀ, ਇੱਦਾਂ ਸੀ, ਜੇ ਸੀ। ਮੈਂ ਇੱਕ ਗੱਲ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਇਨਸਾਨ ਜਿਹੜੀ ਗੱਲ ਉਸ ਇਨਸਾਨ ਨੇ ਕਹੀ ਸੀ ਉਹ ਪਗਾ ਕੇ ਦਿਖਾਈ ਆ ਉਸ ਇਨਸਾਨ ਨੇ, ਮਰਦ ਨੇ, ਠੀਕ ਹੈ। ਔਰ ਉਹ ਇਨਸਾਨ ਆਪਣੇ ਬੋਲਾਂ ਤੋਂ ਪਿੱਛੇ ਨਹੀਂ ਹਟਿਆ ਔਰ ਮੈਦਾਨੇ ਜੰਗ ਦੇ ਵਿੱਚ ਉਹਨੇ ਛਾਤੀ ਦੇ ਵਿੱਚ ਗੋਲੀ ਖਾਧੀ ਆ। ਔਰ ਜੇ ਡਰ ਸੀਗਾ ਇਸ ਦੇਸ਼ ਦੀ ਹਕੂਮਤ ਨੂੰ ਜਿਹੜੀ ਕੰਬਣੀ ਛਿੜੀ ਹੋਈ ਸੀ ਕਿ ਜੇ ਇਹ ਇਨਸਾਨ ਜਿਹੜਾ ਆ ਔਰ ਇਹ ਜਿਹੜੇ ਆ ਜਿਹੜੀ ਕਸੀ ਪਿੱਟੀ ਲੀਡਰਸ਼ਿਪ ਵੀ ਆ, ਜਿਹੜੇ ਆ ਸਿੱਖਾਂ ਦੇ ਅੱਜ ਆਪਣੇ ਆਪ ਨੂੰ ਕਹਾਉਂਦੇ ਆ ਲੀਡਰ ਕਹਾਉਂਦੇ ਆ, ਔਰ ਇਹਨਾਂ ਲੋਕਾਂ ਦੀ ਜੇ ਸਹਿਮਤੀ ਨਾ ਹੁੰਦੀ ਸੈਂਟਰ ਦੇ ਨਾਲ ਤਾਂ ਕਿਸੇ ਦੀ ਕਿਆ ਮਜ਼ਾਲ ਸੀ? ਗੁਰੂ ਹਰਮੰਦਰ ਸਾਹਿਬ ਵਾਲ ਨੂੰ ਕੋਈ ਅੱਖ ਕਰਕੇ ਵੀ ਦੇਖ ਜਾਂਦਾ। ਔਰ ਫਿਰ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਇਹ ਜਿਹੜਾ ਮਤਲਬ ਜਦੋਂ ਪਿਛਲੀ ਵਾਰ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਅਸੈਂਬਲੀ ਦੇ ਵਿੱਚ ਇਹਦੇ ਉੱਤੇ ਚਰਚਾ ਹੋਈ ਸੀ ਕਿ ਜਿਹੜਾ ਬਲੂ ਸਟਾਰ ਆਪਰੇਸ਼ਨ ਸੀਗਾ ਜਿਹੜਾ ਉਹ ਜੋ ਹੋਇਆ ਉਹਦੇ ਉੱਤੇ ਚਰਚਾ ਹੋਈ ਸੀ, ਪਰ ਮੈਂ ਉਹਦੇ ਵਿੱਚ ਉਸ ਵੇਲੇ ਅਸੈਂਬਲੀ ਮੈਂਬਰ ਨਹੀਂ ਸੀਗਾ। ਤੇ ਮੈਂ ਸੋਚਦਾ ਹੁੰਦਾ ਸੀ ਵੀ ਜੇ ਮੈਂ ਇਸ ਵੇਲੇ ਅਸੈਂਬਲੀ ਦੇ ਵਿੱਚ ਹੁੰਦਾ ਮੈਂ ਵੀ ਉਸ ਚਰਚਾ ਦੇ ਵਿੱਚ ਸ਼ਾਮਲ ਹੁੰਦਾ
ਤਾਂ ਮੈਂ ਇਹ ਸਵਾਲ ਕਰਦਾ, ਭਾਸ਼ਣ ਦੀ ਬਜਾਏ ਮੈਂ ਇਹ ਸਵਾਲ ਕਰਦਾ ਭਈ ਜੋ ਉਹ 15 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ, ਜਿੰਨੇ ਲੋਕ ਮਰੇ, ਨੌਜਵਾਨ ਮਰੇ, ਜਿੰਨੀਆਂ ਬਹੂ ਬੇਟੀਆਂ ਧੀਆਂ ਭੈਣਾਂ ਦੀ ਬੇਅਦਬ ਹੋਈ, ਗੁਰੂ ਘਰਾਂ ਦੀ ਬੇਅਦਬੀ ਹੋਈ ਆ, ਤਾਂ ਮੈਂ ਇਹ ਗੱਲ ਪੁੱਛਣਾ ਸੀ ਆਪਣੇ ਸ਼ਬਦਾਂ ਦੇ ਵਿੱਚ ਵੀ ਕਿਆ ਸਾਨੂੰ ਕੋਈ ਸ਼ਰਮ ਹੈ, ਕੋਈ ਸਾਨੂੰ ਸ਼ਰਮ ਨਾਂ ਦੀ ਚੀਜ਼ ਹੈ? ਕਿਆ ਸਾਨੂੰ ਕਦੇ ਸ਼ਰਮ ਆਏਗੀ ਕਿ ਜੋ ਕੁਝ ਜਿਹੜਾ ਆ ਉਹ 10-15 ਸਾਲ ਦੇ ਵਿੱਚ ਹੋਇਆ? ਸੋ ਇਸ ਕਰਕੇ ਇਹ ਜਿਹੜੇ ਸਰਾਪ ਜਿਹੜੇ ਆ ਇਹ ਫਿਰ ਇਨਸਾਨਾਂ ਨੂੰ ਔਰ ਕੌਮਾਂ ਨੂੰ ਭੁਗਤਣੇ ਪੈਂਦੇ ਆ, ਜਿਹੜੀਆਂ ਕੌਮਾਂ ਸਰਾਪੀਆਂ ਜਾਂਦੀਆਂ ਨਾ। ਇਸ ਕਰਕੇ ਮੈਂ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਆਪ ਨੂੰ ਸਮਝਦੇ ਆ ਨਾ, ਮੈਂ ਤਾਂ ਪੰਜਾਬੀ 'ਚ ਇਹੀ ਕਹਾਂਗਾ ਠੇਕੇਦਾਰ ਜਿਹੜੇ ਸਮਝਦੇ ਆ, ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਸ਼ਰਾਪ ਨਾ ਲਓ, ਇਹ ਸ਼ਰਾਪ ਨਾ ਲਓ। ਤੋਬਾ। ਜਿਸ ਮਕਸਦ ਲਈ ਉਹ ਗੁਰੂ ਗ੍ਰੰਥ ਸਾਹਿਬ, ਉਹ ਸਿਧਾਂਤ ਜਿਹੜਾ ਗੁਰਬਾਣੀ ਦਾ ਸਿਧਾਂਤ, ਜਿਸ ਮਕਸਦ ਦੇ ਲਈ ਸਾਡੇ ਰਹਿਬਰ ਸਤਿਗੁਰੂ ਜਿਹੜੇ ਆ ਉਹ ਛਾਲਾ ਹੋ ਗਏ, ਪਰਿਵਾਰ ਬਾਰ ਦਿੱਤੇ ਆਪਣੇ ਸਾਰੇ, ਔਰ ਉਹ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਉੱਤੇ ਨਾਲ ਉਹਨਾਂ ਦੇ ਨਾਲ ਧਰੋਹ ਨਾ ਕਮਾਓ, ਸ਼ਰਾਪ ਨਾ ਲਓ ਔਰ ਸਿੱਧੇ ਹੋ ਜਾਓ ਬੰਦਿਆਂ ਵਾਂਗੂ। ਅੱਜ ਤੁਹਾਨੂੰ ਪਤਾ ਲੱਗਿਆ 2300 ਸਾਲ ਜਦੋਂ ਤੋਂ ਮਨੂ ਸਿਮਰਤੀ ਲਾਗੂ ਹੋਈ ਆ, 2300 ਸਾਲ ਬਾਅਦ ਇਹ ਪਹਿਲੀ ਵਾਰ ਜਿਹੜੇ ਜ਼ਮੀਨਾਂ ਦੇ ਮਤਲਬ ਮਸਲੇ ਜਿਹੜੇ ਆ ਲੈ ਕੇ ਹੁਣ ਬੈਠੇ ਆ ਨਾ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਇਹ 2300 ਸਾਲ ਬਾਅਦ ਜਿਹੜਾ ਆ ਇਹ ਤੁਹਾਨੂੰ ਵਿਆਹ ਮੁਕਲਾਵਾ ਜਿਹੜਾ ਆਇਆ ਨਾ ਦੇਖ ਰਹੇ ਜਿਹੜੇ ਬੈਠੇ ਉੱਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਸਾਨੂੰ ਤਾਂ 5000 ਸਾਲ ਹੋ ਗਏ ਭੁਗਤਦਿਆਂ ਨੂੰ, ਸਾਨੂੰ 2300 ਸਾਲ ਹੋ ਗਏ ਜੁੱਤੀਆਂ ਖਾਂਦਿਆਂ ਨੂੰ, ਬ੍ਰਾਹਮਣਵਾਦ ਦੇ ਨਾਲ ਲੜਦਿਆਂ ਨੂੰ, ਭਿੜਦਿਆਂ ਨੂੰ। ਔਰ ਸਿਆਣੇ ਕਹਿੰਦੇ ਆ ਕਿ ਉੱਪਰ ਨੂੰ ਥੁੱਕਿਆ ਹਮੇਸ਼ਾ ਮੂੰਹ ਦੇ ਵਿੱਚ ਪੈਂਦਾ ਆ, ਕਿਉਂਕਿ ਅੱਜ ਤੱਕ 2300 ਸਾਲ ਇਹ ਜਿਹੜੀਆਂ ਬਰਾਦਰੀਆਂ ਜਿਹੜੇ ਸੁਪਰ ਸ਼ੂਦਰ ਹੈ, ਜਿਹੜੇ ਜੱਟ ਆ, ਸੈਣੀ ਆ, ਜਾਂ ਇਹ ਜਿਹੜੀਆਂ ਬਰਾਦਰੀਆਂ ਜਿਹੜੀਆਂ ਅੱਜ ਕਿਸਾਨੀ ਦੇ ਵਿੱਚ ਮਤਲਬ ਅੰਦੋਲਨ ਕਰ ਰਹੀਆਂ, ਇਹਨਾਂ ਨੇ ਹਮੇਸ਼ਾ ਸਾਥ ਉੱਪਰ ਵਾਲਿਆਂ ਦਾ ਦਿੱਤਾ। ਇਹਨਾਂ ਨੇ ਹਮੇਸ਼ਾ ਉੱਪਰ ਵਾਲਿਆਂ ਦਾ ਸਾਥ ਦਿੱਤਾ। ਉਹ ਯਾਰ ਕਿਸੇ ਵੇਲੇ ਇੱਕ ਸਧਾਰਨ ਬੰਦੇ ਨੇ 1997 ਚ ਗੱਲ ਕਹੀ ਸੀ, ਜਦੋਂ ਬੀਜੇਪੀ ਦੇ ਨਾਲ ਮਤਲਬ ਰਲ ਕੇ ਅਕਾਲੀ ਦਲ ਨੇ ਸਰਕਾਰ ਬਣਾਈ ਆ, ਤਾਂ ਇੱਕ ਸਧਾਰਨ ਬੰਦੇ ਨੇ, ਫਗਵਾੜੇ ਅਸੀਂ ਬੈਠੇ ਸੀਗੇ, ਇੱਕ ਸਧਾਰਨ ਬੰਦੇ ਨੇ ਗੱਲ ਕਹੀ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਤਾਂ ਏਦਾਂ ਹੀ ਗੱਲ ਚਲੀ ਯਾਰ ਵੀ ਅਕਾਲੀਆਂ ਦੀ ਸਰਕਾਰ ਬਣ ਗਈ ਬੀਜੇਪੀ ਨਾਲ ਰਲ ਕੇ। ਇੱਕ ਬੰਦੇ ਨੇ, ਸਧਾਰਨ ਬੰਦੇ ਨੇ, ਅਨਪੜ੍ਹ ਬੰਦੇ ਨੇ ਇਹ ਗੱਲ ਕਹੀ, ਕਹਿੰਦੇ ਇਹ ਜਿਹੜੀ ਸਰਕਾਰ ਨਾ ਸਮਝੋ ਅਕਾਲੀਆਂ ਦੀ ਤੇ ਬੀਜੇਪੀ ਦੀ, ਕਹਿੰਦੇ ਇਹ ਸਿੱਖ ਕੌਮ ਦੀ, ਪੂਰੀ ਸਿੱਖ ਕੌਮ ਦੀ ਆਤਮ ਹੱਤਿਆ ਹੈ ਜਿਹੜਾ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਕਰਕੇ ਸਰਕਾਰ ਬਣਾਈ ਹੈ। ਪੂਰੀ ਸਿੱਖ ਕੌਮ ਦੀ ਆਤਮ ਹੱਤਿਆ ਕੀਤੀ ਆ ਇਹ ਜਿਹੜਾ ਸਮਝੌਤਾ ਹੋਇਆ ਕੀਤਾ ਬੀਜੇਪੀ ਦੇ ਨਾਲ, ਆਰਐਸਐਸ ਦੇ ਨਾਲ, ਅਕਾਲੀ ਦਲ ਨੇ। ਅੱਜ ਤੁਹਾਡੇ ਸਾਹਮਣੇ ਆ ਕਿ ਅੱਜ ਉਹੀ ਜਿਹੜੀ ਬੀਜੇਪੀ ਆ। ਮੈਂ ਪੁੱਛਣਾ ਚਾਹਨਾ ਜਿਹੜੇ ਲੋਕ ਅੱਜ ਉੱਥੇ ਜਿਹੜੇ ਲੀਡਰਸ਼ਿਪ ਦੇ ਵਿੱਚ ਹੈ, ਜਿਹੜੇ ਸੰਘਰਸ਼ ਦੀ ਲੀਡਰਸ਼ਿਪ ਦੇ ਵਿੱਚ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਮੈਨੂੰ ਜਰਾ ਫਾਸੀਵਾਦ ਦਾ ਕੋਈ ਮਤਲਬ ਦੱਸੇਗਾ ਕਿ ਫਾਸੀਵਾਦ ਦਾ ਮਤਲਬ ਕੀ ਆ? ਔਰ ਜਿਹੜੇ ਲੋਕਾਂ ਦੇ ਨਾਲ ਤੁਹਾਡੀ ਲੜਾਈ ਆ, ਤੁਸੀਂ ਕਹਿੰਦੇ ਅਸੀਂ ਨੌਨ ਪੋਲੀਟੀਕਲ ਆ, ਅਸੀਂ ਮਤਲਬ ਜਿਹੜੇ ਰਾਜਨੀਤਿਕ ਬੰਦਿਆਂ ਨੂੰ ਅਸੀਂ ਲਾਗੇ ਨਹੀਂ ਢੁੱਕਣ ਦਿੰਦੇ, ਤੇ ਲੜਾਈ ਤੁਹਾਡੀ ਰਾਜਨੀਤਿਕ ਲੋਕਾਂ ਦੇ ਨਾਲ ਹੈ। ਤੇ ਲੋਕ ਵੀ ਉਹ ਆ, ਉਹਨਾਂ ਦੀ ਰਾਜਨੀਤੀ ਵੀ ਜਿਹੜੀ ਆ ਉਹ ਸ਼ਾਮ ਦਾਮ ਦੰਡ ਭੇਦ ਦੇ ਉੱਤੇ ਆਧਾਰ ਦੇ ਉੱਤੇ ਖੜੀ ਆ, ਛਲ ਕਪਟ ਦੇ ਆਧਾਰ ਦੇ ਉੱਤੇ ਖੜੀ ਆ। ਤੁਸੀਂ ਕਹਿੰਦੇ ਅਸੀਂ ਨੌਨ ਪੋਲੀਟੀਕਲ ਆ। ਮੈਂ ਕਹਿੰਦਾ ਜੇ ਇਹ ਸੰਘਰਸ਼ ਅੰਦੋਲਨ ਜੇ ਪੋਲੀਟੀਕਲ ਹੁੰਦਾ ਤਾਂ ਬੀਜੇਪੀ ਵਾਲਿਆਂ ਨੇ 2 ਦਿਨ ਦੇ ਵਿੱਚ ਮੁੱਕ ਜਾਣਾ ਸੀ, 2 ਦਿਨ ਵਿੱਚ ਮੁੱਕ ਜਾਣਾ ਸੀ। ਵੈਸੇ ਤਾਂ ਮੈਨੂੰ ਸਾਰਾ ਸਿਸਟਮ ਜਿਹੜਾ ਆ ਇਹ ਸਾਰਾ ਮੈਨੇਜ ਹੋਇਆ ਲੱਗਦਾ ਵੀ ਕਾਂਗਰਸ ਦੀ ਵੀ ਜਿਹੜੀ ਆ ਉਹ ਵਿੱਚ ਹੀ ਮਤਲਬ ਜਿਹੜੀ ਆ ਉਹ ਇਹਦੇ ਵਿੱਚ ਸ਼ਮੂਲੀਅਤ ਹੈ, ਉਹ ਵੀ ਮੈਨੇਜ ਹੋ ਚੁੱਕੇ ਆ। ਉਹਨਾਂ ਦੀ ਨਾ ਪਾਰਲੀਮੈਂਟ ਦੇ ਅੰਦਰ ਭੂਮਿਕਾ ਨਜ਼ਰ ਆਉਂਦੀ ਆ, ਨਾ ਕੋਈ ਬਾਹਰ ਭੂਮਿਕਾ ਨਜ਼ਰ ਆਉਂਦੀ ਆ। ਤੇ ਜਿਹੜੇ ਬੀਐਸਪੀ ਵਾਲੇ ਜਿਹੜੇ ਆ ਕਹਿੰਦੇ ਆ, ਉਹ ਵੀ ਮੈਨੂੰ ਲੱਗਦਾ ਵੀ ਉਹ ਵੀ ਮਤਲਬ ਜਿਹੜੀ ਆ ਉਹ ਮੈਨੇਜ ਹੋਏ ਬੈਠੇ ਆ, ਉਹ ਵੀ ਕੋਈ ਗੱਲ ਕਰਨ ਦੇ ਲਈ ਤਿਆਰ ਨਹੀਂ ਆ। ਹੋਰ ਸਾਰੇ ਜਿਹੜੇ ਲੋਕ ਹੈ ਉਹ ਜਿਹੜੇ ਆ, ਮੈਨੂੰ ਤਾਂ ਹਰ ਬੱਚਾ ਇਸ ਦੇਸ਼ ਦੇ ਵਿੱਚ ਅੱਜ ਬ੍ਰਾਹਮਣਵਾਦ ਦੀ ਜਿਹੜਾ ਆ ਮਨੂ ਜਿਹੜਾ ਬਾਦ ਹੈ ਔਰ ਆਰਐਸਐਸ ਦੀ ਗ੍ਰਿਫਤ ਵਿੱਚ ਲੱਗ ਰਿਹਾ। ਮੈਨੂੰ ਹਰ ਬੰਦਾ ਜਿਹੜਾ ਆ, ਕਿੱਡਾ ਵੱਡਾ ਦੁਖਾਂਤ ਹੈ ਇਹ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ ਲੋਕ ਇਸ ਤਰ੍ਹਾਂ ਦੀਆਂ ਭ੍ਰਾਂਤਰੀਆਂ ਫੈਲਾਉਂਦੇ ਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਸਿਰ ਤੋਂ ਪੱਗ ਸੀਗੀ
ਤਾਂ ਤੁਸੀਂ 1 ਕਰੋੜ ਰੁਪਈਆ ਜਿਹੜਾ ਇਨਾਮ ਚੱਕੋ। ਦੂਜਾ ਕਹਿੰਦਾ ਜੇ ਉਹਨਾਂ ਦੇ ਪੱਗ ਸਿਰ ਤੇ ਨਹੀਂ ਸੀ ਤਾਂ 10 ਲੱਖ ਰੁਪਈਆ ਲਓ। ਯਾਰ ਕਿਹੜੇ ਪਾਸੇ ਤੁਰੇ ਹੋਏ ਆ। ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ, ਮੈਂ ਵਿਸ਼ਵਾਸ ਨਾਲ ਕਹਿਣਾ ਚਾਹਨਾ ਕਿ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਲੋਕੋ, ਮੈਨੂੰ ਹੋਰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੈ, ਗੁਰੂ ਰਵਿਦਾਸ ਨੂੰ ਮੰਨਣ ਵਾਲੇ ਲੋਕੋ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਵਾਲੇ ਲੋਕੋ, ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਕੁਰਬਾਨੀ, ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਅਰਜਨ ਦੇਵ ਜੀ, ਉਹਨਾਂ ਦੀ ਕੁਰਬਾਨੀ ਨੂੰ ਤੁਸੀਂ ਕਦੇ ਵੀ ਭੁਲਾ ਨਹੀਂ ਸਕਦੇ। ਤੁਸੀਂ ਕਦੇ ਵੀ ਮਿਟ ਜਾਓਗੇ, ਤੁਹਾਡਾ ਨਾਮੋ ਨਿਸ਼ਾਨ ਮਿਟ ਜਾਏਗਾ ਇਸ ਧਰਤੀ ਦੇ ਉੱਤੋਂ, ਜੇ ਤੁਸੀਂ ਉਹਨਾਂ ਦੀ ਕੁਰਬਾਨੀ ਦੇ ਨਾਲ ਜਿਹੜਾ ਆ ਤੁਸੀਂ ਧਰੋਹ ਕਰੋਗੇ। ਜੇ ਸਨਮਾਨ ਚਾਹਦੇ ਇਸ ਦੇਸ਼ ਦੇ ਅੰਦਰ, ਤਾਂ ਤੁਹਾਨੂੰ ਸਨਮਾਨ ਉਹਨਾਂ ਸਾਰੇ 85% ਸਮਾਜ ਦੇ ਜਿਹੜੇ ਵਿੱਚ ਪੈਦਾ ਹੋਏ ਜਿਹੜੇ ਮਹਾਂਪੁਰਸ਼ ਹੈ, ਤੁਹਾਨੂੰ ਉਹਨਾਂ ਸਾਰੇ ਮਹਾਂਪੁਰਸ਼ਾਂ ਦਾ ਸਤਿਕਾਰ, ਤੁਹਾਨੂੰ ਇੱਜ਼ਤ ਕਰਨੀ ਜਿਹੜੀ ਪਏਗੀ। ਸੋ ਇਸ ਕਰਕੇ ਮੈਂ ਇੱਕ ਮਤਲਬ ਜਿਹੜਾ ਗੱਲ ਜਿਹੜੀ ਆ ਮੈਂ ਵਿਸ਼ੇਸ਼ ਤੌਰ ਦੇ ਉੱਤੇ ਆ ਪਿੱਛੇ ਜਿਹੇ ਸਾਡੇ ਜਿਹੜੇ ਇੱਕ ਪੰਜਾਬ ਦੇ ਪ੍ਰਧਾਨ ਹੈ ਪਾਰਟੀ ਦੇ, ਜਿਹੜੇ ਆਪਣੇ ਆਪ ਨੂੰ ਬਹੁਜਨ ਸਮਾਜ ਦੇ, ਦਲਿਤਾਂ ਦੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਸਭ ਤੋਂ ਵੱਡੇ ਸਿਪਾਹਸਲਾਰ ਹੈ, ਤੇ ਉਹਦੇ ਪ੍ਰਧਾਨ ਜੀ ਜਿਹੜੇ ਆ ਉਹ ਕੁਛ ਇਸ ਤਰ੍ਹਾਂ ਦਾ ਉਹ ਜੂਮ ਮੀਟਿੰਗ ਦੇ ਵਿੱਚ ਕਹਿ ਰਹੇ ਸੀ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਦੋਂ ਗੱਲ ਆਉਂਦੀ ਆ ਤਾਂ ਜਦੋਂ ਫਿਰ ਮੇਰੇ ਮੂਹਰੇ ਮੇਰੇ ਪਿੰਡ ਜਿਹੜਾ ਉਹ ਚਾਮੜੀਆ ਆਉਂਦਾ ਸੀ ਸਾਈਕਲ ਦੇ ਉੱਤੇ, ਜਗਾਲਿਆ ਸਾਈਕਲ, ਝੁਰੜੀਆਂ ਵਾਲਾ ਮੂੰਹ, ਤੇਲੂ ਰਾਮ ਫੇਲੂ ਰਾਮ ਕੀ ਉਹਦਾ ਨਾਮ ਦੱਸਦਾ ਸੀ ਵੀ ਉਸ ਤਰ੍ਹਾਂ ਦਾ ਮੇਰੇ ਸਾਹਮਣੇ ਜਿਹੜਾ ਰੂਪ ਆ ਜਾਂਦਾ ਹੈ ਜਦੋਂ ਮੈਂ ਗੁਰੂ ਰਵਿਦਾਸ ਦਾ ਜ਼ਿਕਰ ਆਉਂਦਾ ਹੈ। ਕਿ ਗੁਰੂ ਰਵਿਦਾਸ ਵੀ ਇਸ ਤਰ੍ਹਾਂ ਜਿਹੜੇ ਆ ਉਹ ਚੱਕਦੇ ਹੋਣਗੇ ਡੰਗਰ ਮੋਢਿਆਂ ਦੇ ਉੱਤੇ, ਖੱਡਾ ਰੂੜੀ ਲੈ ਕੇ ਜਾਂਦੇ ਹੋਣਗੇ। ਮਤਲਬ ਕਿ ਕੈਸੀ ਮਤਲਬ ਇਹ ਮਾਨਸਿਕਤਾ ਆ, ਕੈਸਾ ਇਹ ਮਤਲਬ ਜਿਹੜਾ ਆ ਇਹ ਪੱਧਰ ਹੈ ਇਨਸਾਨ ਦਾ। ਮਤਲਬ ਇੱਕ ਜ਼ਿੰਮੇਵਾਰ ਹੋ ਕੇ ਤੁਸੀਂ ਇਨਸਾਨ, ਮਤਲਬ ਇੱਕ ਜ਼ਿੰਮੇਵਾਰ ਤੁਸੀਂ ਮਰਾਤਬੇ ਦੇ ਉੱਤੇ ਤੁਸੀਂ ਬੈਠੇ ਆ, ਔਰ ਤੁਹਾਨੂੰ ਇੰਨੀ ਤਾਂ ਕਾਮਨ ਸੈਂਸ ਹੋਣੀ ਚਾਹੀਦੀ ਆ ਵੀ ਮੈਂ ਕਿਹੜੀ ਗੱਲ ਕਰਨ ਲੱਗਾ, ਮੈਂ ਕਿਹਦੇ ਸੰਬੰਧ ਵਿੱਚ ਮੈਂ ਗੱਲ ਕਰਨ ਲੱਗਾ। ਸੋ ਇਸ ਕਰਕੇ ਆਪਣੇ ਪੈਰਾਂ ਦੇ ਉੱਤੇ ਆਪ ਖੁਆੜੀ ਜਿਹੜੀ ਆ ਉਹ ਇਨਸਾਨ ਨੂੰ ਨਹੀਂ ਮਾਰਨੀ ਚਾਹੀਦੀ। ਕਦੇ ਵੀ ਇਤਿਹਾਸ ਦੇ ਨਾਲ ਜਿਹੜਾ ਆ ਇਨਸਾਨ ਨੂੰ ਕਦੇ ਵੀ ਜਿਹੜਾ ਆ ਉਹ ਧਰੋਹ ਨਹੀਂ ਕਮਾਉਣਾ ਚਾਹੀਦਾ। ਸੋ ਮੈਂ ਆਖਰ ਦੇ ਵਿੱਚ ਮੈਂ ਇਹੀ ਸਾਰੀ ਮਤਲਬ ਸਾਧ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਸਭ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਜਿਹੜਾ ਮਤਲਬ ਜਿਹੜਾ ਸਤਿਕਾਰ, ਜਿਹੜਾ ਮਤਲਬ ਜਿਹੜਾ ਮਾਣ ਸਨਮਾਨ ਇਸ ਦੇਸ਼ ਦੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ, ਕਬੀਰ ਸਾਹਿਬ ਜੀ ਦਾ, ਸਤਿਗੁਰੂ ਨਾਨਕ ਦੇਵ ਜੀ ਦਾ, ਸਤਿਗੁਰੂ ਨਾਮਦੇਵ ਜੀ ਦਾ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ, ਔਰ ਇਹ ਜਿਹੜੀ ਸਾਰੀ ਜਿਹੜੀ ਮਤਲਬ ਜਿਹੜੀ ਹੈ ਕੜੀ ਆ, ਇਹਨੂੰ ਜੇ ਤੁਸੀਂ ਕੜੀ ਨੂੰ ਤੋੜ ਕੇ ਦੇਖੋਗੇ ਤਾਂ ਤੁਸੀਂ ਕਿਸੇ ਵੀ ਸਿੱਟੇ ਦੇ ਉੱਤੇ ਨਹੀਂ ਪਹੁੰਚੋਗੇ। ਤੁਸੀਂ ਕਦੇ ਵੀ ਇਸ ਦੇਸ਼ ਦੇ ਅੰਦਰ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਾ ਜਿਹੜਾ ਅੰਦੋਲਨ ਹੈ ਇਹਨੂੰ ਤੁਸੀਂ ਕਦੇ ਸਫਲ ਨਹੀਂ ਕਰ ਸਕਦੇ। ਇਸ ਕਰਕੇ ਤੁਹਾਨੂੰ ਇਸ ਦੇਸ਼ ਦੇ ਅੰਦਰ ਤੁਹਾਨੂੰ ਜਿਹੜਾ ਆ ਉਹ ਤਲਵਾਰ ਵੀ ਚਾਹੀਦੀ ਆ ਔਰ ਤੁਹਾਨੂੰ ਕਲਮ ਵੀ ਚਾਹੀਦੀ ਆ। ਸੋ ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਖੁਸ਼ੀ ਲਈ ਨਹੀਂ ਸੀ ਕਿਹਾ ਉਹਨਾਂ ਨੇ ਵੀ ਜੇ ਸੰਵਿਧਾਨਕ ਤਰੀਕੇ ਫੇਲ ਹੋ ਜਾਂਦੇ ਆ ਤਾਂ ਫਿਰ ਗੈਰ ਸੰਵਿਧਾਨਕ ਤਰੀਕੇ ਜਿਹੜੇ ਅਪਣਾਉਣੇ ਕੋਈ ਜੁਰਮ ਨਹੀਂ ਹੁੰਦਾ। ਇਹ ਬਾਬਾ ਸਾਹਿਬ ਅੰਬੇਡਕਰ ਨੇ ਸਵਾਦ ਲੈਣ ਲਈ ਨਹੀਂ ਸੀ ਕਿਹਾ, ਜਾਂ ਸਾਹਿਬ ਕਾਂਸ਼ੀ ਰਾਮ ਨੇ ਇਹ ਗੱਲ ਇਸ ਕਰਕੇ ਨਹੀਂ ਸੀ ਕਹੀ, ਸਵਾਦ ਲੈਣ ਲਈ ਨਹੀਂ ਸੀ ਕਹੀ ਕਿ ਬੈਲਟ ਦੇ ਨਾਲ ਨਾਲ ਸਾਨੂੰ ਬੁਲਟ ਦੀ ਵੀ ਤਿਆਰੀ ਰੱਖਣੀ ਪਏਗੀ। ਇਹ ਗੱਲ ਸਾਹਿਬ ਕਾਂਸ਼ੀ ਰਾਮ ਨੇ ਕੋਈ ਸਵਾਦ ਲੈਣ ਦੇ ਲਈ ਨਹੀਂ ਸੀ ਕੀਤੀ। ਇਹੀ ਉਹ ਮਤਲਬ ਜਿਹੜਾ ਆ ਧਾਰਨਾ ਆ ਜਿਹੜੀ ਉਹੀ ਜਿਹੜਾ ਇਸ ਦੇਸ਼ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਤਲਬ ਸਿੱਖ ਇਨਕਲਾਬ ਜਿਹਨੂੰ ਆਪਾਂ ਕਹਿੰਦੇ ਜਿਹੜਾ ਉਹ ਕੀਤਾ ਸੀ, ਔਰ ਇਹੀ ਜਿਹੜਾ ਕੇਸਰੀ ਨਿਸ਼ਾਨ ਹੈ ਔਰ ਇਹੀ ਨੀਲਾ ਨਿਸ਼ਾਨ ਇਹੀ ਦੇਸ਼ ਦੀ ਜਿਹੜੀ ਅਸਲੀ ਧਰੋਹਰ ਹੈ। ਔਰ ਇਹਨੂੰ ਚਾਹੇ ਬ੍ਰਾਹਮਣਵਾਦ ਜਿੰਨਾ ਮਰਜ਼ੀ ਪਿੱਟ ਲਵੇ, ਜਿੰਨਾ ਮਰਜ਼ੀ RSS ਪਿੱਟ ਲਵੇ ਇਸ ਦੇਸ਼ ਦੇ ਅੰਦਰ, ਜਿਹੜੇ ਮਰਜ਼ੀ ਹੱਥਕੰਡੇ ਵਰਤ ਲਵੇ, ਲੇਕਿਨ ਜਿਸ ਦਿਨ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਨੇ ਆਪਣੇ ਜਫਰਨਾਮੇ ਦੇ ਵਿੱਚ ਕਹੀ ਆ, ਲਿਖੀ ਆ ਔਰੰਗਜ਼ੇਬ ਨੂੰ, ਇਹ ਮੇਰਾ ਖਾਲਸਾ ਸੁੱਤਾ ਹੋਇਆ, ਜਿਸ ਦਿਨ ਮੇਰਾ ਖਾਲਸਾ ਕੁੰਡਲੀ ਵਾਲਾ ਨਾਗ ਖੜੱਪਾ ਜਦੋਂ ਉੱਠੇਗਾ, ਤਾਂ ਇਹ ਗੱਲ ਬ੍ਰਾਹਮਣਵਾਦੀ ਜਿਹੜੇ ਲੋਕ ਹੈ, ਜਿਹੜੇ ਮੋਦੀ ਸ਼ੋਦੀ ਹੈ, ਜੇ ਉਹਨਾਂ ਲੋਕਾਂ ਨੂੰ ਵੀ ਮਤਲਬ ਇਹ ਚੀਜ਼ ਜਿਹੜੀ ਆ ਸਮਝ ਲੈਣੀ ਚਾਹੀਦੀ ਆ ਕਿ ਜਿੱਦਣ ਇਹ ਸੁੱਤਿਆ ਹੋਇਆ ਖਾਲਸਾ, ਜਦੋਂ ਗੁਰੂ ਗੋਬਿੰਦ ਸਿੰਘ ਦਾ ਇਹ ਸੁੱਤਿਆ ਹੋਇਆ ਖਾਲਸਾ ਖੜੱਪਾ ਨਾਗ ਜਿਹੜਾ ਜਿੱਦਣ ਇਹ ਜਾਗਿਆ, ਹਜੇ ਜਾਗਿਆ ਨਹੀਂ ਹੈ ਇਹ, ਜੇ ਕੁਛ ਜਾਗਿਆ ਤਾਂ ਉਹ ਘੇਸਲਾ ਆ। ਇਸ ਕਰਕੇ ਜਿੱਦਣ ਇਹ ਜਾਗਿਆ ਤਾਂ ਫਿਰ ਇਸ ਦੇਸ਼ ਨੂੰ ਸਿਵਲ ਵਾਰ ਤੋਂ, ਇਸ ਦੇਸ਼ ਨੂੰ ਵਰਗ ਯੁੱਧ ਤੋਂ, ਇਸ ਦੇਸ਼ ਨੂੰ ਜਾਤੀ ਯੁੱਧ ਤੋਂ, ਹਿੰਸਾ ਤੋਂ
ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ, ਰੱਬ ਵੀ ਨਹੀਂ ਰੋਕ ਸਕਦਾ। ਇਸ ਕਰਕੇ ਮੈਂ ਆਪਣੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਬਿਲਕੁਲ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਆਪਣੇ ਆਪ ਨੂੰ ਜਿਹੜਾ ਆ ਜਾਣਕਾਰ ਬਣਾਉਣਾ ਪਏਗਾ। ਤੁਹਾਨੂੰ ਜਾਣਕਾਰੀ ਦਾ ਹਥਿਆਰ ਤੁਹਾਡੇ ਹੱਥ ਵਿੱਚ ਹੋਵੇ। ਤੁਸੀਂ ਤਾਂ ਆਪਾਂ ਤਾਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਨੇ 1.25 ਲੱਖ ਦੇ ਨਾਲ ਇੱਕ ਲੜਾਇਆ ਸੀ, ਤੁਸੀਂ 1.25 ਕਰੋੜ ਦੇ ਨਾਲ ਭਿੜ ਸਕਦੇ ਆ, ਲੜ ਸਕਦੇ ਆ, ਜੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਤੋਂ। ਕਿਉਂਕਿ ਅੱਜ ਤਾਂ ਇੰਟਰਨੈਟ ਦਾ ਯੁੱਗ ਆ, ਅੱਜ ਤਾਂ ਇੰਟਰਨੈਟ ਦਾ ਯੁੱਗ ਆ। ਉਸ ਵੇਲੇ ਦਾ ਯੁੱਗ ਹੀ ਜਿਹੜਾ ਦੂਸਰਾ ਸੀ, ਮਤਲਬ ਜਿਹੜਾ ਆ ਉਹ ਲੱਕੜ ਪੱਥਰ ਯੁੱਗ ਸੀਗਾ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਰ ਦੇ ਉੱਤੇ ਜਿਹੜਾ ਪਗੜੀ ਦਾ ਸਵਾਲ ਹੈ, ਔਰ ਪਗੜੀ ਜਿਹੜੀ ਉਹਨਾਂ ਦੇ ਸਿਰ ਤੋਂ ਲਾਹੀ ਗਈ ਆ, ਔਰ ਉਸ ਲਾਹੀ ਹੋਈ ਪਗੜੀ, ਲੱਥੀ ਹੋਈ ਪਗੜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਸਾਡੇ ਸਿਰ ਦੇ ਰੱਖੀ ਆ, ਤਾਜ ਸਾਡੇ ਸਿਰ ਦੇ ਉੱਤੇ ਰੱਖਿਆ। ਔਰ ਇਹ ਜੇ ਸਮਝ ਜਿਹੜੀ ਆ, ਹੌਲੀ ਹੌਲੀ ਲੋਕ ਜਿਹੜੇ ਆ ਇਸ ਗੱਲ ਨੂੰ ਸਮਝ ਲੈਣਗੇ। ਸੋ ਇਸ ਕਰਕੇ ਮੈਂ ਹੋਰ ਗੱਲ ਨੂੰ ਲੰਬਾ ਨਾ ਕਰਦਾ ਹੋਇਆ, ਮੈਂ ਆਖਰ ਦੇ ਵਿੱਚ ਮੈਂ ਸਾਰੇ ਭੈਣਾਂ ਭਰਾਵਾਂ ਦਾ, ਸਾਰਿਆਂ ਦਾ ਜਿਹੜੇ ਵੀ ਸ਼ਾਮਲ ਹੋਏ ਆ ਇਸ ਮੇਰੇ ਲਾਈਵ ਦੂਸਰੇ ਦੇ ਵਿੱਚ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਔਰ ਮੈਂ ਹੁਣ ਸੋਚਿਆ ਕੁਛ ਮੇਰੀ ਜਿਹੜੀ ਸਿਹਤ ਹੈ ਉਹ ਮਤਲਬ ਜਿਹੜੀ ਆ ਉਹ ਠੀਕ ਹੈ ਪਹਿਲਾਂ ਨਾਲੋਂ। ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਜਲਦੀ ਜਿਹੜਾ ਆ ਉਹ ਮਤਲਬ ਲਾਈਵ ਹੁੰਦਾ ਰਹਾਂ, ਔਰ ਜਿਹੜੇ ਆਪਣੇ ਸਮਾਜਿਕ ਮੁੱਦੇ ਹੈਗੇ ਆ ਉਹ ਚੀਜ਼ਾਂ ਜਿਹੜੀਆਂ ਮੈਂ ਆਪਣੇ ਸਮਾਜ ਦੇ ਸਾਹਮਣੇ ਰੱਖਾਂ। ਤੇ ਇਹ ਕਿਉਂਕਿ ਬਹੁਤ ਜ਼ਰੂਰੀ ਆ। ਤੇ ਹੋਰ ਮੈਂ ਲੰਬੀ ਨਾ ਗੱਲ ਕਰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਜਿੱਥੇ ਮੈਂ ਲੱਖ ਲੱਖ ਵਧਾਈ ਦਿੰਦਾ। ਉਹਦੇ ਨਾਲ 15 ਮਾਰਚ ਨੂੰ ਸਾਹਿਬ ਕੰਸ਼ੀ ਰਾਮ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਆ ਰਿਹਾ, ਕਿਉਂਕਿ ਬਹੁਤ ਇੱਕ ਵੱਡੀ ਇਹ ਗੱਲ ਹੈਗੀ ਆ ਕਿ ਸਾਹਿਬ ਕੰਸ਼ੀ ਰਾਮ ਅਗਰ ਨਾ ਹੁੰਦੇ, ਇਸ ਦੇਸ਼ ਦੇ ਅੰਦਰ ਆਪਣਾ ਜੀਵਨ ਨਾ ਲਾਉਂਦੇ, ਤਾਂ ਕਿਸੇ ਨੇ ਸਾਹਿਬ ਕੰਸ਼ੀ ਰਾਮ ਤੋਂ ਬਿਨਾਂ ਅੱਜ ਕਿਸੇ ਨੇ ਵੀ ਜਿਹੜਾ ਸੀ ਕੋਈ, ਕਿਉਂਕਿ ਜਿਹੜੀ ਲਹਿਰ ਹੈ ਸਾਹਿਬ ਕੰਸ਼ੀ ਰਾਮ ਨੇ 80 ਤੋਂ ਲਹਿਰ ਉਹਨਾਂ ਦੀ ਸ਼ੁਰੂ ਹੋਈ, 83 ਵਿੱਚ ਪਾਰਟੀ ਬਣੀ। ਤੇ ਉਹ ਮਤਲਬ ਜਿਹੜੇ ਆ ਉਸ ਵੇਲੇ ਸਾਡੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਜਿਹੜੇ ਸੀ ਉਹ ਕੁੱਤੇ ਵੇਲੇ ਜਿਹੜੇ ਸੀ ਉਹ ਖੇਡਦੇ ਸੀ, ਸਾਡੇ ਜੰਝਕਾਰ, ਸਾਡੇ ਦੂਸਰੇ ਬੁਰੇ ਹਾਲ ਹੁੰਦੇ ਸੀਗੇ। ਪਰ ਦੁੱਖ ਵਾਲੀ ਗੱਲ ਹੈ ਕਿ ਸਾਹਿਬ ਕੰਸ਼ੀ ਰਾਮ ਜੀ ਨੇ ਜਿਹੜੀ ਇਸ ਦੇਸ਼ ਦੇ ਅੰਦਰ ਚੇਤਨਤਾ ਪੈਦਾ ਕੀਤੀ, ਤੇ ਉਹਦਾ ਫਾਇਦਾ ਜਿਹੜਾ ਆ ਉਹ ਦੁਸ਼ਮਣ ਲੈ ਗਿਆ। ਔਰ ਅਸੀਂ ਵੀ ਜਿਹੜੀ ਆ ਸਾਹਿਬ ਕੰਸ਼ੀ ਰਾਮ ਦੀ ਕੁਰਬਾਨੀ ਅਸੀਂ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਦੇ ਉੱਤੇ ਤੇ ਸ਼ਮਸ਼ਾਨ ਘਾਟਾਂ ਦੀਆਂ ਜਿਹੜੇ ਉਹ ਛੱਡਾਂ ਆ ਉਹਨਾਂ ਦੀਆਂ ਛੱਤਾਂ ਦੇ ਬਦਲੇ ਅਸੀਂ ਸਾਹਿਬ ਕੰਸ਼ੀ ਰਾਮ ਦਾ ਸਾਰਾ ਸੰਘਰਸ਼ ਜਿਹੜਾ ਆ ਅਸੀਂ ਦੂਸਰੀਆਂ ਪਾਰਟੀਆਂ ਦੇ ਕੋਲ ਵੇਚ ਦਿੱਤਾ। ਇਹ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਸ ਗੱਲ ਦੇ ਲਈ ਬੇਨਤੀ ਕਰਨੀ ਚਾਹੁੰਦਾ ਕਿ ਬਹੁਜਨ ਸਮਾਜ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਪੰਜਾਬ ਦੇ ਵਿੱਚ 36 ਤੋਂ 40% ਜਿਹੜਾ ਆ ਉਹ ਸਾਡਾ ਬਹੁਜਨ ਸਮਾਜ ਆ, ਦਲਿਤ ਸਮਾਜ ਹੈ। ਤੇ 2022 ਦੇ ਇਲੈਕਸ਼ਨ ਦੇ ਵਿੱਚ ਅਸੀਂ ਚਾਹੁੰਦੇ ਹਾਂ, ਸਾਡੀ ਇਹ ਕਾਮਨਾ ਆ ਕਿ ਮਤਲਬ ਸਾਡੇ ਸਮਾਜ ਦੀ ਜਿਹੜੀ ਆ ਉਹ ਸੱਤਾ ਦੇ ਵਿੱਚ ਹਿੱਸੇਦਾਰੀ ਜਿਹੜੀ ਆ ਹੋਵੇ, ਬਣੇ, ਨਜ਼ਰ ਆਵੇ। ਤਾਂ ਹੀ ਮਤਲਬ ਅਸੀਂ ਗੁਰੂ ਰਵਿਦਾਸ ਨੂੰ ਮੰਨਣ ਦਾ ਜਾਂ ਉਹਨਾਂ ਦੀ ਜੈ ਬੁਲਾਉਣ ਦਾ ਜਾਂ ਬਾਬਾ ਸਾਹਿਬ ਅੰਬੇਡਕਰ ਦੀ ਜੈ ਬੁਲਾਉਣ ਦਾ ਫਿਰ ਇਹ ਫਾਇਦਾ ਆ। ਤੇ ਇਸ ਕਰਕੇ ਸਾਨੂੰ ਮਤਲਬ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ, ਤੇ 15 ਮਾਰਚ ਨੂੰ ਸਾਹਿਬ ਕੰਸ਼ੀ ਰਾਮ ਦੇ ਜਨਮ ਦਿਨ ਦੀ ਸਾਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਧੰਨਵਾਦ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।